ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸਰੋਤ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਮੈਂ ਰਾਜ ਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਤੋਂ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ, ਜੀ ਆਇਆਂ ਨੂੰ ਕਹਿੰਦੇ ਹਾਂ, ਤੁਹਾਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ ਰਾਜ ਕਰਨਵੀਰ ਜੀ ਤੇ ਸਾਰੇ ਫਾਰਮਰਾਂ ਨੂੰ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਪੰਜਾਬੀ ਅਮਰੀਕਨ ਗਰੋਵਰ ਗਰੁੱਪ ਵਾਲੇ, ਜਿਨ੍ਹਾਂ ਦੇ ਨਾਲ ਤੁਸੀਂ ਜੁੜ ਸਕਦੇ, ਇਹਨਾਂ ਦੀ ਸੰਸਥਾ ਦੇ ਨਾਲ ਜੁੜ ਸਕਦੇ ਹੋ। ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕਿਸਾਨਾਂ ਦੇ ਹੱਕਾਂ ਦੀ, ਹਕੂਕਾਂ ਦੀ ਜਿਹੜੀ ਉਹ ਗੱਲ ਕਰਦੇ ਜਿਹੜੇ ਉਹ ਆ ਰਹੇ ਹੈਗੇ ਨੇ। ਇਹਨਾਂ ਦੇ ਮੈਂਬਰ ਬਣਨ ਦੇ ਲਈ ਤੁਸੀਂ PUGUSA.com ਦੇ ਉੱਤੇ ਜਾ ਕੇ ਰਜਿਸਟਰ ਆਪਣੇ ਆਪ ਨੂੰ ਕਰ ਸਕਦੇ ਹੈਗੇ ਆ। ਸੋ ਇਸ ਮੌਕੇ ਸੈਂਕੜੇ ਹੀ ਜਿਹੜੇ ਪੰਜਾਬੀ ਖਾਸ ਕਰਕੇ ਫਾਰਮਰ ਆ ਉਹ ਇਸ ਗਰੁੱਪ ਦੇ ਨਾਲ ਜੁੜ ਕੇ ਅੱਗੇ ਵੱਧ ਰਹੇ ਨੇ। ਨਾਲ ਹੀ ਐਲਮੰਡ ਬੋਰਡ ਆਫ ਕੈਲੀਫੋਰਨੀਆ ਮੋਡੈਸਟੋ ਤੋਂ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਤੇ ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਗੱਲਬਾਤ ਜਸਬੀਰ ਸਿੰਘ ਜੀ, ਆਪਾਂ ਸ਼ੁਰੂਆਤ ਕਰਦੇ ਹਾਂ। ਹੁਣ ਤਾਂ ਮਿਲਾ ਦਾ ਕਈ ਵੀਕ ਹੋ ਗਏ ਆ, ਸੂਰਜ ਦਿਖਦਾ ਹੀ ਨਹੀਂ ਆ, ਛੁਪਿਆ ਬੈਠਾ ਆ, ਆਪਣੇ ਤੋਂ ਉਹਨੇ ਦੂਰੀ ਬਣਾਈ ਹੋਈ ਆ। ਸੋ ਇਹ ਜਿਹੜੀ ਫੌਗ ਆ ਇਸ ਟਾਈਮ ਕੰਟੀਨਿਊਸਲੀ ਜਿਹੜੇ ਕਈ ਘੰਟਿਆਂ ਤੋਂ ਜਾਂ ਕਈ ਦਿਨਾਂ ਤੋਂ ਆਪਾਂ ਨੂੰ ਇਸ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ, ਸੂਰਜ ਨਹੀਂ ਚੜ ਰਿਹਾ, ਇਸ ਦਾ ਕੀ ਅਸਰ ਆ ਖੇਤੀਬਾੜੀ ਦੇ ਉੱਤੇ ਵੈਲੀ ਦੇ ਵਿੱਚ? ਹਾਂ ਰਾਜਕਰਨ ਵੀ ਦੇਖੋ, ਠੰਡ ਕਾਫੀ ਹੋਈ ਵੀ ਆ, ਹੈਨਾ, ਤੇ ਫੀਲ ਵੀ ਹੁੰਦੀ ਆ। ਜਿਹੜਾ ਸਭ ਤੋਂ ਮੇਨ ਚੈਲੰਜ ਸਾਡੇ ਆ ਰਹੇ ਆ ਨਾ, ਵੀ ਜੋ ਵੀ ਪਲਾਂਟ ਆ, ਵਾਈਨਸ ਆ, ਟਰੀ ਆ, ਉਹ ਡੋਰਮਸੀ ਦੇ ਵਿੱਚ ਕਦੋਂ ਜਾਂਦੇ ਆ ਤੇ ਉਹਨਾਂ ਨੂੰ ਕਿੰਨੀ ਕੁ ਠੰਡ ਚਾਹੀਦੀ ਆ। ਹੁਣ ਤੁਸੀਂ ਦੇਖੋਗੇ ਬਾਹਰ ਜਦੋਂ ਟਰੈਵਲ ਕਰਦੇ ਆ, ਹਲੇ ਬਦਾਮਾਂ ਦੇ ਦਰਖਤਾਂ ਨੂੰ ਵੀ ਪੂਰੇ ਪੱਤੇ ਹਰੇ ਹੀ ਪਏ ਆ, ਕਈ ਥਾਵਾਂ ਤੇ ਝੜੇ ਨਹੀਂ ਅਜੇ ਸਾਰੇ ਪਾਸੇ, ਝੜੇ ਨਹੀਂ। ਜਿਨ੍ਹਾਂ ਨੇ ਮੰਮੀ ਸ਼ੇਕ ਕਰਤੇ ਬੂਟੇ ਉਹ ਆ ਗਏ ਆ, ਪਰ ਹਲੇ ਵੀ ਉੱਪਰ ਹੈਗੇ ਆ। ਨਹੀਂ ਤਾਂ ਹੁਣ ਨੂੰ ਜਾਣਦੀ ਉਹ ਟੋਟਲੀ ਪੱਤੇ ਲੈ ਜਾਂਦੇ ਹੁੰਦੇ ਆ, ਹੇਠਾਂ ਆ ਜਾਂਦੇ ਆ। ਤੇ ਇਸੇ ਤਰ੍ਹਾਂ ਹੀ ਗਰੇਪਾਂ ਦੀ ਹੁਣ ਪ੍ਰੂਨਿੰਗ ਆਲਮੋਸਟ ਐਂਡ ਤੇ ਜਾਣੀ ਚਾਹੀਦੀ ਆ, ਫਿਨਿਸ਼ ਹੋਣ ਵਾਲੀ ਆ। ਲਈ ਸੱਦ ਤਾਂ ਲੰਘਣੀ ਚਾਹੀਦੀ ਆ, ਪਰ ਐਰਕੀ ਪੱਤੇ ਹੀ ਬਹੁਤ ਹਰੇ ਆ, ਕੇਨਸ ਦਿਸ ਨਹੀਂ ਰਹੀਆਂ। ਹਾਂ ਸਹੀ ਗੱਲ। ਸੋ ਇਹਨਾਂ ਦੇ ਇਫੈਕਟਸ ਕੀ ਹੋਣੇ ਆ, ਹੈਨਾ? ਇਹਨਾਂ ਦੇ ਸਿਮਿਲਰ ਇਫੈਕਟ ਹੁੰਦੇ ਆ ਜਦੋਂ ਤੁਸੀਂ ਦੇਖੋ ਕੋਈ ਜਿਨ੍ਹਾਂ ਨੂੰ ਸਲੀਪ ਐਪਨੀਆ ਹੋ ਜਾਂਦਾ, ਹੈਨਾ, ਜਿਨ੍ਹਾਂ ਨੂੰ ਸੌਣ ਦੀ ਪ੍ਰੋਬਲਮ ਆ, ਨੀਂਦ ਨਹੀਂ ਆਉਂਦੀਗੀ, ਹੈਨਾ, ਤੇ ਉਹ ਤਾਂ ਚਲੋ ਗੋਲੀਆਂ ਗਾਲੀਆਂ ਲੈ ਕੇ ਸੌਂ ਜਾਂਦੇ ਆ। ਪਰ ਦਰਖਤਾਂ ਦਾ ਇਹਨਾਂ ਦਾ ਟਾਈਮ ਹੁੰਦਾ, ਚਾਹੇ ਤਾਂ ਪਹਿਲਾਂ ਕਰ ਦਿਓ, ਤੇ ਇਹਨਾਂ ਨੂੰ ਹੁਣ ਕੁਝ ਦੇ ਵੀ ਨਹੀਂ ਸਕਦੇ ਤੇ ਸੌਂ ਵੀ ਨਹੀਂ ਰਹੇ, ਪੂਰਾ ਗੂੜੀ ਨੀਂਦ ਦੇ ਵਿੱਚ, ਹੈਨਾ। ਤੇ ਜਿਹੜੇ ਗਾਹਾਂ ਨੂੰ ਇਹਨਾਂ ਦੇ ਇਫੈਕਟ ਪੈਣਗੇ ਨਾ, ਟਰੀਆਂ ਦੀ ਜਿਹੜੀ ਇੰਟਰਨਲ ਸਿਸਟਮ ਆ ਉਹ ਟੋਟਲੀ ਡਿਸਟਰਬ ਹੋਊਗਾ। ਉਹਦੇ ਨਾਲ ਅਬਨੋਰਮਲ ਕੰਡੀਸ਼ਨਸ ਦੇਖੀਆਂ ਜਾਣਗੀਆਂ। ਜਿਹੜੇ ਬਾਹਰ ਕਹਿ ਰਹੇ ਆ ਨਾ ਵੀ ਜਾਂਦੀ ਤੋਂ ਅਸੀਂ ਬਲੂਮ ਟਾਈਮ, ਉਹ ਵੀ ਅਬਨੋਰਮਲ ਜਿਹਾ ਹੋ ਸਕਦਾ, ਤੇ ਜਿਹੜੀ ਕ੍ਰਾਪ ਸੈਟਿੰਗ ਆ ਉਹ ਵੀ ਅਬਨੋਰਮਲ ਹੋ ਸਕਦਾ। ਵੀ ਟਰੀ ਤੁਸੀਂ ਰੈਦਰ ਦੈਨ ਰੈਸਟਿੰਗ ਦੇ ਵਿੱਚੋਂ ਕੰਡੀਸ਼ਨ 'ਚ ਜਾ ਕੇ ਅਗਲੇ ਸਾਲ ਨੂੰ ਹਾਰਵੈਸਟ 'ਚ ਆਵੇ, ਉਹ ਥੋੜਾ ਸਟ੍ਰੈਸ ਦੇ ਵਿੱਚ ਰਿਹਾ ਕਰੂਗਾ। ਠੀਕ ਹੈ। ਤੇ ਹੁਣ ਇਸ ਵਕਤ ਦੇਖੋ ਮੀਂਹ ਦੇ ਕਹਿ ਰਹੇ ਆ ਵੀ ਆਹ ਵੀਕ ਇੱਕ ਵਾਰੀ ਨੈਕਸਟ ਵੀਕ ਨੂੰ ਸ਼ੁਰੂ ਹੋ ਜੂ। ਜਿਹੜਾ ਆਪਣੇ ਮੋਸਟਲੀ ਕਲਾਊਡ ਆਇਆ ਪਿਆ ਉੱਪਰ, ਹੁਣ ਤਾਂ ਇਹ ਵੀ ਦੱਸਿਆ ਜਾਂਦਾ ਬਈ ਜਦੋਂ ਤੁਸੀਂ ਗ੍ਰੇਟ ਵਾਈਨ ਪਹਾੜੀਆਂ ਤੇ ਚੜੋ, ਉਧਰਲੇ ਪਾਸੇ ਤਾਂ ਐਨ 70-80 ਡਿਗਰੀ ਪੂਰੀ ਗਰਮੀ ਆ, ਇੱਥੇ ਪੂਰੀ ਠੰਡ ਆ ਜਦੋਂ ਉਤਰਦੇ ਆ। ਇਹਦਾ ਵੀਕਐਂਡ ਤੇ ਮੈਂ ਨੋਟ ਕਰਕੇ ਆਇਆ, ਉੱਥੇ 80 ਡਿਗਰੀ ਸੀ ਵਾਕਿਆ, ਗ੍ਰੇਪ ਵਾਈਨ ਤੋਂ ਪਰੇ ਚਲੇ ਜਾਓ ਤਾਂ LA ਨੂੰ। ਹਾਂਜੀ, ਤੇ ਇਹਦੇ ਨਾਲ ਬਹੁਤ ਇਫੈਕਟ ਆ। ਤੇ ਦੂਸਰਾ ਇਫੈਕਟ ਜਿਹੜਾ ਸਾਨੂੰ ਪੈ ਰਿਹਾ ਗਾ ਕਿ ਇਹ ਐਕਚੁਅਲੀ ਆਪਣਾ ਮੇਨ ਮੀਂਹ ਵਾਲਾ ਸੀਜ਼ਨ ਆ, ਜਿਹੜਾ ਸਾਰਾ ਮੀਂਹ ਇਸ ਟਾਈਮ ਹੀ ਪੈਂਦੇ ਆ, ਤੇ ਸਨੋ ਵੀ ਇਸ ਟਾਈਮ ਪੈਂਦੀ ਆ, ਤੇ ਉਹਦੇ ਨਾਲ ਉਹਦਾ ਸਭ ਤੋਂ ਵੀ ਜ਼ਿਆਦਾ ਵੱਡਾ ਇਫੈਕਟ ਹੋਊਗਾ ਕਿ ਜਿੰਨਾ ਪਾਣੀ ਚਾਹੀਦਾ ਉਹ ਸਾਤੋਂ ਇਸ ਵਕਤ ਹੈ ਨਹੀਂ ਗਾ, 10% ਤੇ ਹੀ ਆ। ਤੇ ਜਿਹੜੀ ਐਲੋਕੇਸ਼ਨ ਦਿੱਤੀ ਆ, ਤੇ ਸਨੋ ਆ, ਉਹਦੇ ਨਾਲ ਵੀ ਇਫੈਕਟ ਪਊਗਾ। ਜਿਹੜੇ ਅੱਗੇ ਇੱਥੇ ਡਿਚ ਵਾਟਰ ਕਨੈਲਸ ਦੇ ਆਉਂਦੀਆਂ, ਕਈ ਵਾਰੀ ਤਾਂ 3-3, 4-4 ਮਹੀਨੇ ਚੱਲ ਜਾਂਦੀਆਂ ਬੇਸਡ ਅਪੋਨ ਵੀ ਸਨੋ ਕਦੋਂ ਕਿੰਨੀ ਕੁ ਪੈਂਦੀ ਆ ਤੇ ਕਿੱਦਾਂ ਮੈਲਟ ਹੁੰਦੀ ਆ। ਜੇ ਪਾਣੀ ਘੱਟ ਤੇ ਗਰਮੀ 'ਚ ਮੈਲਟ ਛੇਤੀ ਹੋ ਜੂ ਤੇ ਉਹ ਪਾਣੀ ਦਾ ਸਾਈਕਲ ਹੀ ਬਹੁਤ ਛੋਟਾ ਹੋ ਜਾਂਦਾ, ਹੈਨਾ। ਹਾਂਜੀ।
ਤੇ ਉਹਦੇ ਨਾਲ ਜੋ ਆਪਾਂ ਅੱਗੇ ਸਿਗਮਾ ਦੇ ਇਸ਼ੂ ਲੈਂਦੇ ਆ ਉਹ ਉਦੋਂ ਜਾਣ ਦੀ ਡਬਲ ਟ੍ਰਿਪਲ ਵੱਧ ਜਾਂਦੇ ਆ, ਹੈਨਾ। ਸਾਰਿਆਂ ਨੂੰ ਵਾਚ ਕੀ ਕਰਨ ਦੀ ਲੋੜ ਆ ਕਿ ਜਿਹੜੇ ਇਸ ਵਕਤ ਦਰਖਤ ਆ ਉਹਨਾਂ ਦੀ ਜਿਹੜੀ ਆਉਂਦੇ ਆ ਰਹੀ ਕੰਡੀਸ਼ਨ ਆ ਜਾਂਦੀ, ਜਿਹੜੀ ਉਹਨਾਂ ਦੀ ਹੈਲਥ ਆ ਉਹ ਪਹਿਲਾਂ ਤੋਂ ਹੀ ਚੰਗੀ ਹੋਵੇ ਕਿ ਜਾਂਦੀ। ਜੇ ਹੀਟ ਸਟ੍ਰੈਸ ਆਈ, ਜੇ ਪਾਣੀ ਘੱਟ ਵੱਧ ਲੱਗਿਆ, ਪਾਣੀ ਦੀ ਐਲੋਕੇਸ਼ਨਸ ਵੀ ਚੇਂਜ ਹੋ ਰਹੀਆਂ ਗੀਆਂ ਥਾਂ ਥਾਵਾਂ ਤੇ ਇਸ ਕਰਕੇ ਵੀ ਜਾਂਦੀ ਤੁਹਾਡਾ ਪਹਿਲਾਂ ਹੀ ਜਿਹੜਾ ਸਟਰੋਂਗ ਹੋਇਆ ਉਹ ਸ਼ਾਇਦ ਸੀਜ਼ਨ ਲਾਸਟ ਕਰੂਗਾ। ਜੇ ਉਹ ਤੁਹਾਡੇ ਟਰੀ ਨਾ ਹੈਲਥੀ ਹੋਏ, ਨਾ ਪੂਰੀ ਨਿਊਟ੍ਰੀਸ਼ਨ ਚੱਕੀ ਹੋਈ, ਉਹਦੇ ਨਾਲ ਫਿਰ ਉਹ ਪ੍ਰੋਬਲਮਸ ਥਰੂ ਆਊਟ ਸੀਜ਼ਨ ਦੇਖਣ ਨੂੰ ਮਿਲਣਗੀਆਂ, ਜਿਹੜਾ ਕਿ ਇਵੈਂਚੁਅਲੀ ਕ੍ਰਾਪ ਤੇ ਹਿੱਟ ਕਰਦਾ। ਸੋ ਡੋਰਮੈਂਸੀ 'ਚ ਨਾ ਜਾਣ ਕਰਕੇ ਜਾਂ ਸਮੇਂ ਸਿਰ ਨਾ ਹੁਣ ਆਪਣੇ ਇਨਸਾਨਾਂ ਬਾਰੇ ਵੀ ਤਾਂ ਇਹੀ ਹੈ ਨਾ ਵੀ ਜੇ ਸੌਂਦੇ ਨਹੀਂ ਆਪਾਂ ਪੂਰੇ ਤੇ ਕਹਿੰਦੇ ਰਿਕਵਰ ਨਹੀਂ ਕਰਦੀ ਬਾਡੀ। ਸੋ ਜੇ ਪੂਰੇ ਹੁਣ ਸਾਲ ਜਿਹੜਾ ਜ਼ੋਰ ਲੱਗਾ ਹੈਗਾ ਟਰੀਜ਼ ਦਾ, ਤੇ ਜੇ ਇਹ ਚੱਜ ਨਾਲ ਨਾ ਸੁੱਤੇ ਤੇ ਫਿਰ ਉਹਦੇ ਵਿੱਚ ਵੀ ਦਿੱਕਤ ਆ। ਹਾਂਜੀ, ਦੇਖੋ ਜਾਂਦੀ ਜਿੱਦਾਂ ਬੰਦੇ ਦਾ ਸਟਰੀਟ ਮੈਟਾਬੋਲਿਜ਼ਮ ਚੱਲਦਾ ਇਦਾਂ ਹੀ ਦਰਖਤਾਂ ਦਾ ਹੈਗਾ। ਜਦੋਂ ਤੁਸੀਂ ਉਸ ਸਿਸਟਮ ਨੂੰ ਡਿਸਟਰਬ ਕਰ ਦਿਓਗੇ, ਉਹਨਾਂ ਦੇ ਜਿਹੜੇ ਫੰਕਸ਼ਨਸ ਆ ਉਹ ਡਿਸਟਰਬ ਹੋ ਜਾਂਦੇ ਆ। ਆਪਣੇ ਵੀ ਉਦੋਂ ਹੀ ਹੁੰਦਾ ਨਾ ਜਦੋਂ ਜਾਂਦੀ ਬਿਮਾਰੀਆਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ, ਕਿਸੇ ਨੂੰ ਹਾਰਟ ਅਟੈਕ ਆਉਂਦਾ, ਕਿਸੇ ਨੂੰ ਕੋਈ ਹੋਰ ਬਿਮਾਰੀਆਂ ਲੱਗਦੀਆਂ। ਉਹ ਐਕਚੁਅਲੀ ਤਾਂ ਸਟ੍ਰੈਸ ਤੇ ਹੀ ਆ ਕਿ ਜਿਹੜਾ ਤੁਹਾਡੀ ਬਾਡੀ ਆ ਉਹਦਾ ਸਿਸਟਮ ਪੂਰਾ ਡਿਸਟਰਬ ਹੋਇਆ ਵੇ, ਇਦਾਂ ਹੀ ਟਰੀਆਂ ਦਾ ਹੋ ਜਾਂਦਾ। ਨਾ ਵੈਸੇ ਤਾਂ ਜੋ ਦੇਖਿਆ ਜਾਵੇ ਪਿਛਲੇ ਕਈ ਸਾਲਾਂ ਤੋਂ ਇਹ ਚੱਲਦਾ ਹੀ ਆਇਆ, ਕਿਤੇ ਹੀਟ ਸਟ੍ਰੈਸ 'ਚ ਅਸੀਂ ਆ ਗਏ, ਕਿਤੇ ਅਸੀਂ ਡਰਾਊਟ ਦੇ ਵਿੱਚ ਆ, ਪਾਣੀ ਹੈ ਨਹੀਂ, ਕਿਤੇ ਜਾਣੀ ਦੀ ਜਦੋਂ ਬਲੂਮ ਹੁੰਦੀ ਆ ਉਦੋਂ ਜਾਣੀ ਦੀ ਵੈਦਰ ਸਾਥ ਨਹੀਂ ਦਿੰਦਾ, ਉਦੋਂ ਗੜੇ ਪੈਣੇ ਸ਼ੁਰੂ ਹੋ ਜਾਂਦੇ ਆ, ਹੇਲ ਹੋ ਗਈ, ਰੇਨ ਆ ਗਈ। ਪਿਛਲੇ ਸਾਲ ਵੀ ਕਾਫੀ ਹੋਇਆ ਇਸ, ਤੇ ਹੋਪਫੁਲੀ ਜਾਣੀ ਦੀ ਹੈ ਕਿ ਸ਼ਾਇਦ ਉਹ ਅਰਦਾਸ ਤਾਂ ਇਹੀ ਕਰਦੇ ਆ ਵੀ ਠੀਕ ਹੋਵੇ, ਪਰ ਉਹ ਵੀ ਕੰਡੀਸ਼ਨਾਂ ਆਉਣੀਆਂ ਗਈਆਂ। ਉਹ ਤੋਂ ਬੈਸਟ ਇਹੀ ਆ ਕਿ ਜਾਣਦੀ ਆਪ ਦਾ ਵੈਲ ਪ੍ਰਪੇਅਰ ਕਰੋ। ਜਦੋਂ ਸਾਰੀ ਮਾਰਕੀਟ ਐਤਕੀ ਦੇਖੋ ਆਪਣੀ ਡਿਮਾਂਡ ਜਦੋਂ ਉਹਨਾਂ ਨੇ 3 ਬਿਲੀਅਨ ਕਿਹਾ ਸੀ, ਉਹ 2.5 ਤੋਂ ਹੇਠਾਂ ਆ ਰਹੀ ਆ। ਦੇਖ ਲਓ ਕਿੰਨਾ ਫਰਕ ਪੈ ਗਿਆ ਵੀ ਕਿੰਨਾ 500 ਮਿਲੀਅਨ ਪਾਉਂਡ ਘਟ ਗਿਆਗਾ। ਹਾਂਜੀ ਹਾਂਜੀ, ਤੇ ਉਹਦੇ ਮੇਨ ਰੀਜ਼ਨ ਹੀ ਇਹ ਆ ਕਿ ਜਿਹੜੀ ਇਹ ਪ੍ਰੈਡਿਕਟੇਬਿਲਿਟੀ ਆ ਨਾ ਕਲਾਈਮੇਟ ਦੇ ਇੰਪੈਕਟ ਆ, ਇਹ ਅਸੀਂ ਪੂਰੀ ਤਰ੍ਹਾਂ ਸਟੱਡੀ ਨਹੀਂ ਕਰ ਸਕੇ, ਸਾਨੂੰ ਪਤਾ ਨਹੀਂ ਲੱਗਿਆਗਾ। ਫਾਰਮਰ ਕੀ ਜਿਹੜੇ ਸਾਡੇ ਐਜੂਕੇਸ਼ਨਲ ਇੰਸਟੀਟਿਊਸ਼ਨ ਆ ਉਹ ਵੀ ਇਹ ਤੇ ਜਾਣ ਦੀ ਉਹਨਾਂ ਨੂੰ ਖਾਸ ਪਤਾ ਨਹੀਂ ਗਾ, ਹੈ ਗੱਲਾਂ ਬਾਤਾਂ ਬਹੁਤ ਆ ਪਰ ਪ੍ਰੈਕਟੀਕਲ 'ਚ ਨਹੀਂ ਗਾ, ਜ਼ੀਰੋ ਹੀ ਆ। ਤੇ ਉਹਦੇ ਫਿਰ ਇੰਪੈਕਟ ਦੇਖਣ ਨੂੰ ਜਿਹੜੇ ਫਾਰਮਰ ਦੇ ROI ਤੇ ਪੈਂਦੇ ਹੀ ਪੈਂਦੇ ਆ, ਹੈ ਨਾ। ਤੇ ਇਸ ਵਕਤ ਉਹ ਕਾਫੀ ਗੱਲਾਂ ਹੋ ਰਹੀਆਂ ਗਈਆਂ ਜਾਂਦੀ। ਅਸੀਂ ਥਰੂ ਆਊਟ ਆਪਾਂ ਦੇਖੋ ਨਾ US, ਹੁਣ ਟੈਕਸਸ ਦੇਖੋ, ਉਹਨਾਂ ਦੇ ਆਲਮੋਸਟ 1.8 ਬਿਲੀਅਨ ਡਾਲਰ ਦੀ ਕਾਟਨ ਤੇ ਇਫੈਕਟ ਪਿਆ ਕਰਕੇ ਜਿਹੜਾ 24 ਦੇ ਵਿੱਚ ਉਹ ਕਹਿੰਦੇ ਉਹਨਾਂ ਮੀਂਹ ਨਹੀਂ ਪਿਆ ਟੈਕਸਸ ਵਾਲੇ ਪਾਸੇ, ਰਾਈਟ? ਸਿਰਫ ਕੱਲੇ ਟੈਕਸਸ ਦੇ ਵਿੱਚ ਜਿਹੜਾ ਖੇਤੀਬਾੜੀ ਉੱਥੇ ਮਤਲਬ ਕਾਟਨ ਦਾ ਮਤਲਬ ਨਰਮਾ ਰੁਲ ਗਿਆ। ਨਰਮਾ ਨਹੀਂ, 50% ਨਰਮਾ ਰੇਨ ਫੈਡ ਆ, ਜਿਹੜਾ ਮੀਂਹ ਨਾ ਹੁੰਦਾਗਾ। ਪਿਆਰ ਨਹੀਂ, ਡਰਾਊਟ ਘਟੇ ਨਹੀਂ, ਤੇ ਉਹ ਜਾਣੀ ਦੀ ਹੈ ਨਾ। ਉੱਥੇ ਵੀ ਬੈਂਕਰਪਸੀਆਂ ਕਈ ਥਾਵਾਂ ਤੇ ਤਾਂ ਧੜਾ ਧੜ ਹੋ ਰਹੀਆਂ, ਖਾਲੀ ਹੋ ਰਹੇ ਆ ਸ਼ਹਿਰ। ਤੇ ਆਰਕਨਸਾ ਉਹਨਾਂ ਦਾ ਦੇਖੋ, ਹੈ ਨਾ। ਇਹ ਜਿਹੜਾ ਥਰੂ ਆਊਟ ਨਾ ਸਾਡੇ USA ਇਕੱਲੀ ਪ੍ਰੋਬਲਮਾਂ ਸਾਡੇ ਕੈਲੀਫੋਰਨੀਆ ਨਹੀਂ ਆਈਆਂ। ਅਸੀਂ ਤਾਂ ਜੇ ਓਵਰਆਲ ਦੇਖਿਆ ਜਾਵੇ ਕਾਫੀ ਬੈਟਰ ਸਿਚੁਏਸ਼ਨ 'ਚ ਆ ਦੂਜੀਆਂ ਸਟੇਟਾਂ ਨਾਲੋਂ। ਅੱਛਾ, ਠੀਕ ਹੈ। ਤੁਸੀਂ ਆਪਾਂ ਕਹਿ ਤਾਂ ਦੇਈਦਾਗਾ ਜਾਂਦੀ ਇੱਥੇ, ਹਾਂ ਲਾਸ ਜ਼ਰੂਰ ਹੁੰਦਾਗਾ, ਪਰ ਸਾਡਾ ਲਾਸ ਦੂਜੀਆਂ ਸਟੇਟਾਂ ਤੋਂ ਕੰਪੈਰੀਟਿਵਲੀ ਘੱਟ ਆ। ਅੱਛਾ, ਹੈ ਨਾ। ਜੇ ਹੁਣ ਤੁਸੀਂ ਸੋਇਆਬੀਨਸ ਦੇਖੋ, ਕੋਰਨ ਦੇਖੋ, ਜਿਹੜੀਆਂ ਉਹਨਾਂ ਦੀਆਂ ਕੰਡੀਸ਼ਨਸ ਆ ਰਹੀਆਂ ਗੀਆਂ, ਕਿਉਂ ਇੱਕ ਸਕੇਲ ਤੇ ਵੀ ਫਰਕ ਆ ਨਾ। ਜੇ ਅਸੀਂ ਤਾਂ ਮਸਾਂ 3-4% ਸਾਰੇ ਅਮਰੀਕਾ ਦੀ ਖੇਤੀ ਰੈਪਰੀਜ਼ੈਂਟ ਕਰਦੇ ਆ, ਉੱਥੇ ਜਦੋਂ 70 ਮਿਲੀਅਨ ਏਕੜ ਖੇਤ ਏਦਾਂ ਹੀ ਜਾਣ ਦੀ, ਉਹਦੇ ਤੇ 5% ਵੀ ਫਰਕ ਪਵੇ ਉਹ ਬਹੁਤ ਵੱਡਾ ਗਾ। ਤੇ ਸੋ ਇਸ ਕਰਕੇ ਕਲਾਈਮੇਟ ਤੇ ਨਾ
ਬਹੁਤ ਜਿਹੜੀ ਚੇਂਜਸ ਆ ਰਹੀਆਂ, ਸਾਨੂੰ ਉਹ ਚੇਂਜਸ ਨੂੰ ਫੇਸ ਕਰਨ ਦੇ ਲਈ ਸਾਡੇ ਕੋਲੇ ਬਾਹਲੀ ਅੰਡਰਸਟੈਂਡਿੰਗ ਰੂਟ ਸਿਸਟਮ ਦੀ ਹੈ ਨਹੀਂ ਗੀ। ਕੋਈ ਦਰਖਤ ਦੀ, ਕੋਈ ਪਲਾਂਟ ਪੈਥੋਲੋਜੀ ਦੀ, ਕੋਈ ਜਾਣੀ ਦੀ, ਹੈ ਨਾ, ਬੁੱਕਾਂ ਤਾਂ ਬਹੁਤ ਜਾਣੀ ਦੀ ਲਿਖੀਆਂ ਗਈਆਂ, ਲੋਕੀ ਪੜ੍ਹਾਈ ਜਾਂਦੇ ਆ, ਕਰੀ ਜਾਂਦੇ ਆ, ਪਰ ਉਹਨਾਂ ਦਾ ਪ੍ਰੈਕਟੀਕਲ ਅਸਰ ਹੈ ਨਹੀਂ ਗਾ ਖੇਤਾਂ ਤੇ, ਹੈ ਨਾ। ਠੀਕ ਹੈ ਜੀ। ਤੇ ਇਸ ਕਰਕੇ ਜਾਣੀ ਦੀ ਹੁਣ ਫਾਰਮਰ ਨੂੰ ਸਫਰ ਕਰਨਾ ਪੈਣਾ। ਇਹ ਆ ਵੀ ਜਿੱਥੇ ਪ੍ਰੈਕਟਿਸਿਸ ਜਿਨ੍ਹਾਂ ਦੇ ਚੰਗੇ ਆ, ਤੁਸੀਂ ਉਹਨਾਂ ਤੋਂ ਹੀ ਸਲਾਹ ਲੈ ਕੇ ਬੈਟਰ ਹੋ ਸਕਦੇ ਆ। ਇਹਦੇ ਵਿੱਚ ਕੋਈ ਸੀਕਰਟ ਹੈ ਨਹੀਂ ਗੀ ਵੀ ਆਹ ਕਰੋਗੇ ਇੱਦਾਂ ਹੋਵੋਗੇ, ਪਰ ਇਹ ਆ ਵੀ ਜਿਹੜੀ ਤੁਹਾਡੀ ਜਿੰਨੀ ਛੇਤੀ ਅਰਲੀ ਹੈਲਥ ਤੁਹਾਡੇ ਬੂਟੇ ਦੀ, ਤੁਹਾਡੇ ਵਾਈਨਸ ਦੀ ਹੋ ਜਾਏਗੀ, ਉਨਾ ਤੁਸੀਂ ਬੈਟਰ ਰਹੋ। ਅੱਛਾ, ਫਿਰ ਜਦੋਂ ਡੋਰਮੈਂਸੀ ਜਾਣ ਲਈ ਤੁਸੀਂ ਦਵਾਈ ਤਾਂ ਨਹੀਂ ਪਾ ਸਕਦੇ, ਇਹਨਾਂ ਦੀ ਜਿਹੜੀ ਰਿਦਮ ਆ ਉਹ ਬਰਕਰਾਰ ਰਵੇ, ਠੀਕ ਰਹਿਣ, ਕੋਈ ਹੈ ਕਿਸਾਨ ਆਪਣੇ ਵੱਲੋਂ ਕੁਝ ਕਰ ਸਕਦਾ? ਕੋਈ ਆਊਟਸਾਈਡ ਇਫੈਕਟ ਆਪਾਂ ਪਾ ਸਕਦੇ ਹਾਂ? ਕੋਈ ਸਪਰੇ, ਕੋਈ ਰੇ, ਕੋਈ ਇਦਾਂ ਦੀ ਚੀਜ਼ ਪਾ ਸਕਦੇ ਜਿਹਦੇ ਨਾਲ ਐਟਲੀਸਟ ਜੇ ਉਹਨਾਂ ਨੂੰ ਪੂਰੀ ਡੋਰਮੈਂਸੀ ਨਹੀਂ ਮਿਲਦੀ, ਉਹਨਾਂ ਨੂੰ ਆਪਾਂ ਕਿੱਦਾਂ ਤਿਆਰ ਕਰ ਸਕਦੇ ਅਗਲੇ ਸੀਜ਼ਨ ਲਈ? ਨਹੀਂ, ਅਗਲੇ ਸੀਜ਼ਨ ਨੂੰ ਨਾ ਦੇਖੋ, ਹੁਣ ਤਾਂ ਕੁਝ ਨਹੀਂ ਕਰ ਸਕਦੇ, ਹੈ ਨਾ, ਇਹ ਸਾਰੇ ਨੇਚਰ ਦੇ ਹੱਥ ਆ। ਪਰ ਜਦੋਂ ਅਗਲਾ ਸੀਜ਼ਨ ਸ਼ੁਰੂ ਹੋਇਆ ਨਾ, ਉਹ 'ਚ 2-3 ਚੀਜ਼ਾਂ ਤੇ ਬਹੁਤ ਜ਼ਿਆਦਾ ਇਫੈਕਟ ਪੈਣੇ ਆ। ਤਾਂ ਰਾਈਟ ਆਫ ਦਾ ਬੈਟ ਕਲਾਈਮੇਟ ਦੇ ਨਾਲ ਤੁਹਾਨੂੰ ਇਰੀਗੇਸ਼ਨ ਮੈਚ ਕਰਨਾ ਪੈਣਾ। ਓਕੇ। ਹੁਣ ਦੇਖੋ, ਪਿਛਲੀਆਂ ਟਾਈਮਾਂ ਦੇ ਵਿੱਚ ਇਹ ਹੁੰਦਾ ਸੀ, ਕੋਈ ਪਾਣੀ ਲਾਉਂਦਾ ਸੀ 24 ਘੰਟੇ, ਕੋਈ ਲਾਉਂਦਾ 36 ਘੰਟੇ ਜੀ। ਉਹ ਟਾਈਮ ਚਲਾ ਗਿਆ ਗਾ। ਜੇ ਤੁਸੀਂ ਉਹੀ ਪ੍ਰੈਕਟਿਸ ਕਰੋਗੇ, ਤੁਹਾਡੇ ਯੀਲਡ ਦੀ ਹਿੱਟ ਆਉਣੀ ਆ, ਹੈ ਨਾ। ਟਰੀ ਨੂੰ ਸਟ੍ਰੈਸ 'ਚ ਵੀ ਲਿਆਉਣਾ ਪੈਣਾ, ਟਰੀ ਨੂੰ ਠੀਕ ਜਿਹਾ ਵੀ ਰੱਖਣਾ ਪੈਣਾ। ਪਾਣੀ ਦੇ ਬਹੁਤ, ਦੂਜਾ ਹੈਗਾ ਨਿਊਟ੍ਰੀਸ਼ਨ ਦੀ, ਹੈ ਨਾ। ਜਿਹੜਾ ਨਿਊਟ੍ਰੀਸ਼ਨ ਚਾਹੀਦਾ ਉਹ ਥੋੜਾ ਜਿਹਾ ਅਰਲੀ ਅਪ ਫਰੰਟ ਹੋ ਜੇ, ਜਿਹੜੇ ਲੋਕ ਕਰਦੇ ਆ ਉਹਨਾਂ ਦੇ ਯੀਲਡ ਬੈਟਰ ਰਹਿੰਦੇ ਆ। ਕਰਕੇ ਜਦੋਂ ਮਹੀਨਾ ਕੁ ਪਹਿਲਾਂ ਹਾਰਵੈਸਟ ਤੋਂ ਕੋਈ ਵੀ ਕਰਾਪ ਪਾਓ, ਉਹ ਟਰੀ ਪੂਰੇ ਸਟ੍ਰੈਸ 'ਚ ਜਾਂਦਾ, ਹੈ ਨਾ। ਤੇ ਉਹ ਸਟ੍ਰੈਸ ਦੇ ਵਿੱਚ ਜਾਂਦੀ, ਤੁਸੀਂ ਉਹਨੂੰ ਬਾਈਪਾਸ ਕਰਨ ਦੇ ਲਈ ਉਹ ਕਿੰਨਾ ਕੁ ਹੈਲਥੀ ਆ, ਉਹ ਪਹਿਲਾਂ ਦੇ ਦਿਓ, ਉਹ ਚੀਜ਼ਾਂ ਫਿਨਿਸ਼ ਹੋ ਜਾਂਦੀਆਂ। ਹੁਣ ਆਪਾਂ ਦੇਖਿਆ ਸੀਗਾ ਕਿ ਪਿਛਲੇ ਸਾਲਾਂ ਨਾਲੋਂ ਹੁਣ ਜਿੰਨੀ ਨਾਈਟ੍ਰੋਜਨ ਆ, ਉਹ ਸਾਰੇ ਕਹਿੰਦੇ ਥੋੜਾ ਜਿਹਾ ਅਰਲੀ ਪਾਵੋ। ਤੇ ਜਿੰਨੇ ਹੁਣ ਲਾਸਟ ਈਅਰ ਦੇ ਕ੍ਰਾਪ ਦਾ ਵੀ ਫਰਕ ਪਿਆ ਗਾ, ਬਾਹਲਾ ਫਰਕ ਪੈਂਦਾ ਗਾ ਕਿ ਨਾ ਸਾਈਜ਼ ਨਹੀਂ ਹੁੰਦਾ ਗਾ, ਹੈ ਨਾ। ਤੇ ਚਾਹੇ ਉਹਦੇ 'ਚ ਉਨੀ ਸ਼ੂਗਰ ਨਹੀਂ ਬਣਦੀ, ਜੇ ਗ੍ਰੇਪ ਲਾ ਲਓ, ਬਦਾਮਾਂ ਦੇ ਵਿੱਚ ਵੀ ਉਹ ਸਾਈਜ਼ ਹੈ ਨਹੀਂ ਗਾ। ਉਹਦੇ ਸਾਰਿਆਂ ਦੇ ਮੇਨ ਇਫੈਕਟ ਆ ਕਿ ਜਿੰਨੇ ਸਾਡੇ ਜਿਹੜੇ ਮੇਨ ਐਲੀਮੈਂਟਸ ਆ ਨਾ, ਜਿਹੜੇ ਨਿਊਟ੍ਰੀਐਂਟਸ ਦੇ, ਨਾਈਟ੍ਰੋਜਨ, ਫਾਸਫੋਰਸ, ਪੋਟਾਸੀਅਮ ਤੇ ਦੂਸਰੇ ਜਿਹੜੇ ਐਲੀਮੈਂਟਸ ਆ, ਉਹਨਾਂ ਦੇ ਰੇਸ਼ੀਓ ਖਰਾਬ ਹੋ ਜਾਂਦੇ ਆ। ਜਦੋਂ ਕਿਉਂ ਨਹੀਂ ਵੀ ਤੁਹਾਨੂੰ ਕਈ ਘਟ ਵੀ ਜਾਂਦੇ ਆ, ਪਰ ਘਟਣ ਨਾਲੋਂ ਜਿਹੜੇ ਉਹਨਾਂ ਦੇ ਜਦੋਂ ਰੇਸ਼ੀਓ ਖਰਾਬ ਹੁੰਦੇ ਆ, ਤੇ ਉੱਪਰੋਂ ਜਿਹੜੇ ਤੁਹਾਡੇ ਕੰਡੀਸ਼ਨ ਪਾਣੀ ਦੇ ਆ, ਜਿਹਦੇ ਵਿੱਚ ਥੋੜੀਆਂ ਘੜੀਆਂ ਪ੍ਰੋਬਲਮਸ ਆਉਂਦੀਆਂ ਗਈਆਂ, ਕਈ ਇਹਨਾਂ ਦੇ ਕਾਫੀ ਆ, ਤੇ ਉਹ ਸਾਰਾ ਕੁਝ ਹੀ ਬਲਾਕ ਕਰਕੇ ਹੁਣ ਪਿਛਲੇ ਵਾਰੀ ਜਿਹੜੇ ਕਈ ਲੋਕਾਂ ਨੇ, ਭਰਾਵਾਂ ਨੇ ਰਿਪੋਰਟ ਕੀਤਾ, ਕਈਆਂ ਦੇ ਯੀਲਡ ਅੱਗੇ 3000 ਪਾਉਂਡ ਏਕੜ ਬਦਾਮ ਨਿਕਲਦੇ ਸੀ, ਜ਼ਿਆਦਾ ਵੀ ਨਿਕਲ ਜਾਂਦੇ 3500 3600। ਉਹਨਾਂ ਦੀ ਯੀਲਡ ਜਦੋਂ 1800-1900 ਰਹਿ ਗਈ, ਉਹ ਟੋਟਲੀ ਸ਼ਾਕ 'ਚ ਆ ਵੀ ਕੀ ਹੋਇਆ, ਹੈ ਨਾ। ਤੇ ਜਿਨ੍ਹਾਂ ਅੱਗੇ ਯੀਲਡ 3000 ਹੁੰਦੀ ਸੀ, ਉਹ ਵੀ ਹੇਠਾਂ ਆ ਗਏ। ਕਈ ਇਦਾਂ ਦੇ ਵੀ ਮੈਂ ਫਾਰਮਰ ਦੇਖੇ ਆ ਜਿਨ੍ਹਾਂ ਦੀ ਯੀਲਡ 1000 ਤੋਂ ਵੀ ਪਾਉਂਡ ਘੱਟ ਆ, ਹੈ ਨਾ। ਹੁਣ ਤੁਸੀਂ ਦੇਖੋ 1000 ਪਾਉਂਡ ਦੇ ਉੱਪਰ ਜਾਂਦੀ, ਜੇ ਤੁਹਾਡੇ ਇਸ ਟਾਈਮ ਵਿਕਦੇ ਆ, ਤੁਹਾਡਾ ਕਾਸਟ ਵੀ ਕਵਰ ਨਹੀਂ ਹੁੰਦਾ, ਆਪਰੇਸ਼ਨਲ ਕਾਸਟ, ਬਾਕੀ ਤਾਂ ਦੂਜੀ ਕੀ ਚੀਜ਼ਾਂ, ਹੈ ਨਾ। ਉਹਨਾਂ ਦੇ ਨਾਲ ਨਾ ਫਿਰ ਹੁਣ ਅੱਜ ਕੱਲ੍ਹ ਜਾਂਦੀ, ਜਿਹੜਾ ਆਪਾਂ ਲਾਸਟ ਟਾਈਮ ਵੀ ਕਵਰ ਕੀਤਾ ਸੀ, ਵੀ ਜਿਹੜੀ ਖੇਤੀ ਆ, 80% ਖੇਤੀ ਅੱਗੇ ਹਾਰਡ ਵਰਕ ਸੀ, 20% ਬਾਹਰੋਂ ਜਿਹੜਾ ਇਨਫਲੂਐਂਸ ਸੀ, এনवायरमेंट ਦਾ ਸੀ, ਹੋਰ ਆਉਂਦਾ ਸੀ। ਇਸ ਵਕਤ 80% ਇਨਫਲੂਐਂਸ ਬਾਹਰੋਂ ਆ ਰਿਹਾ, 20% ਹਾਰਡ ਵਰਕ ਆ। ਸੋ ਜੇ ਤੁਸੀਂ 80% ਤੇ ਫੋਕਸ ਨਹੀਂ ਕਰਦੇ, ਕੰਟਰੋਲ ਕਰਦੇ, ਤੁਹਾਡੇ ਹਿੱਟ ਜਾਂਦੀ ਤੁਹਾਨੂੰ ਬਹੁਤ ਛੇਤੀ ਦਿਸਣਗੇ। ਫਰਕ ਤੇ ਉਹ ਫਰਕ ਪੈਂਦੇ ਆ, ਉਹ ਦਿਸ ਵੀ ਰਹੇ ਆ, ਠੀਕ ਹੈ। ਤੇ ਉਹਨਾਂ ਦੇ ਵਿੱਚ ਏਦਾਂ ਵੀ ਜਾਣਦੀ ਤੁਸੀਂ ਕਰ ਕੀ ਸਕਦੇ ਆ, ਹੈ ਨਾ। ਵੀ ਜਦੋਂ ਇਹ ਚੀਜ਼ਾਂ ਹੁੰਦੀਆਂ, ਪਹਿਲੀ ਗੱਲ ਤਾਂ ਜਿਹੜੀ ਵੀ ਕੰਪਨੀਆਂ ਨਾਲ ਤੁਸੀਂ ਲੱਗੇ ਆ,
ਤੁਹਾਡੇ ਨਿਊਟ੍ਰੀਸ਼ਨ ਸਾਰੇ ਤੁਹਾਨੂੰ ਉਹਨਾਂ ਨੂੰ ਚੰਗੀ ਤਰ੍ਹਾਂ ਬਹਿ ਕੇ ਪਹਿਲਾਂ ਪਲਾਨ ਪੁੱਛੋ ਵੀ ਆਪਾਂ ਐਤਕੀ ਕਰਨਾ ਕੀ ਆ। ਦੂਸਰਾ ਜਿਹੜੇ ਯੂਸੀ ਐਕਸਟੈਂਸ਼ਨਸ ਆ ਉਹਨਾਂ ਨੂੰ ਆਪਦੇ ਖੇਤਾਂ ਦੇ ਵਿੱਚ ਸੱਦ ਕੇ ਉਹਨਾਂ ਨੂੰ ਕੁਐਸਚਨ ਕਰੋ ਵੀ ਜਿਹੜਾ ਮੇਰਾ ਸੋਇਲ ਕਿੱਦਾਂ ਦਾ ਹੈ ਨਾ, ਤੇ ਇੱਥੇ 'ਚ ਪ੍ਰੋਬਲਮਾਂ ਕੀ ਆ, ਟੈਸਟ ਕਰਾਵੋ ਉਹਨਾਂ ਦੇ ਮੂਹਰੇ, ਟੈਸਟ ਰੱਖੋ ਵੀ ਮੈਂ ਇਹਨਾਂ ਦੇ ਕਰਾਂ ਕੀ, ਤੇ ਸੋਲੂਸ਼ਨ ਦੇਵੋ। ਫਿਰ ਮਹੀਨੇ 2 ਮਹੀਨਿਆਂ ਬਾਅਦ ਜਦੋਂ ਜਿਹੜਾ ਕੁਝ ਦੱਸ ਕੇ ਜਾਂਦੇ ਨਹੀਂ ਹੁੰਦੇ ਉਹਨਾਂ ਨੂੰ ਫੇਰ ਕਾਲ ਕਰੋ ਬਈ ਤੁਸੀਂ ਜਿਹੜਾ ਦੱਸ ਕੇ ਗਏ ਸੀ ਉਹਦਾ ਇਫੈਕਟ ਇੰਨਾ ਪਿਆ, 100% ਪਿਆ ਕਿ ਤੁਸੀਂ ਠੀਕ ਸੀ ਕਿ 50% ਹੀ ਆ, ਕਰਕੇ ਉਹਨਾਂ ਦੀ ਵੀ ਲੋਕਾਂ ਦੀ ਟਿਊਨਿੰਗ ਚਾਹੀਦੀ ਆ, ਉਹਨਾਂ ਨੂੰ ਫੀਡਬੈਕ ਚਾਹੀਦੀ ਆ ਉਹਨਾਂ ਨੂੰ ਕਰੋ, ਹੈ ਨਾ। ਤੇ ਬਾਕੀ ਫਿਰ ਕੋਈ ਵੀ ਜਿੰਨੇ ਸੈਮੀਨਾਰਸ ਹੁੰਦੇ ਆ ਉਹ ਅਟੈਂਡ ਕਰੋ, ਤੇ ਉੱਥੇ ਸੰਗਣ ਦੀ ਕੋਈ ਲੋੜ ਨਹੀਂ ਗੀ, ਸਾਰੇ ਇੱਕੋ ਜਿਹੇ ਆ। ਕੁਐਸਚਨ ਪੁੱਛੋ ਚੰਗੀ ਤਰ੍ਹਾਂ, ਤੁਹਾਡੇ ਮਨ ਦੇ ਵਿੱਚ ਤੁਸੀਂ ਐਨ ਕਲੀਅਰਲੀ ਸਾਫ਼ ਨਹੀਂ ਹੁੰਦਾ ਨਾ ਵੀ ਜਾਣਦੀ ਮੇਰੇ ਖੇਤ 'ਚ ਇਹ ਕਿੱਦਾਂ ਇੰਪੈਕਟ ਹੋ ਰਿਹਾ, ਭਾਵੇਂ ਉੱਥੇ ਇੱਕ ਨਹੀਂ 10 ਕੁਐਸਚਨ ਪੁੱਛੋ, ਸਹੀ ਹੈ ਨਾ। ਤੇ ਬਾਕੀ ਫਿਰ ਜੇ ਹੁਣ ਜਿਹੜੀ ਤੁਹਾਡੇ ਲੋਕਲ ਯੂਨੀਵਰਸਿਟੀਜ਼ ਆ, ਹੈ ਨਾ, ਐਗਰੀਕਲਚਰ ਦੀ, ਆਪਣੇ ਤਾਂ ਹੁਣ ਇੱਥੇ ਫਰੈਜ਼ਨੋ ਸਟੇਟ ਆ, ਮਰਸੈਡ ਆ, ਤੇ ਦੂਸਰੀਆਂ ਵੀ ਹੈਗੀਆਂ, ਉਹਨਾਂ ਦੇ ਵੀ ਜਿਹੜੇ ਜਾਣੀ ਦੀ ਉੱਥੋਂ ਸਟੂਡੈਂਟ ਆਉਂਦੇ, ਪ੍ਰੋਫੈਸਰ ਆਉਂਦੇ ਆ, ਹੈ ਨਾ, ਤੇ ਉਹਨਾਂ ਨੂੰ ਕੁਐਸਚਨ ਪੁੱਛੋ ਚੰਗੀ ਤਰ੍ਹਾਂ, ਉਹਨਾਂ ਨੂੰ ਖੇਤਾਂ 'ਚ ਲੈ ਕੇ ਜਾਵੋ, ਹੈ ਨਾ। ਜਿਹੜੇ ਹੁਣ ਉਹਨਾਂ ਦੇ ਡੀਨ ਆ ਉੱਥੋਂ ਦੇ, ਉਹਨਾਂ ਨੂੰ ਰੀਚ ਆਊਟ ਕਰੋ, ਚਿੱਠੀਆਂ ਲਿਖੋ ਵੀ ਭਾਈ ਸਾਡੇ ਆਹ ਪ੍ਰੋਬਲਮ ਆ, ਵੀ ਤੁਸੀਂ ਐਜੂਕੇਸ਼ਨਲ ਇੰਸਟੀਟਿਊਸ਼ਨ ਆ, ਵੀ ਸਾਨੂੰ ਦੱਸੋ ਇਹਨਾਂ ਦੇ ਸੋਲੂਸ਼ਨ ਕੀ ਆ, ਸਾਨੂੰ ਅੱਜ ਤੋਂ 10 ਸਾਲਾਂ ਨੂੰ ਨਹੀਂ, ਸੋਲੂਸ਼ਨ ਅੱਜ ਚਾਹੀਦੇ ਆ, ਹੈ ਨਾ। ਤੇ ਜੇ ਜਿਹੜਾ ਵੀ ਕੁਝ ਹੈਗਾ, ਜਿੰਨਾ ਚਿਰ ਤੁਸੀਂ ਰੀਚ ਆਊਟ ਕਰਕੇ ਮੁੜ ਕੇ CDFA ਨੂੰ, ਹੈ ਨਾ, ਤੇ ਉਹਨਾਂ ਨੂੰ ਵੀ ਚਿੱਠੀਆਂ ਲਿਖਣੀਆਂ ਚਾਹੀਦੀਆਂ ਵੀ ਜਿਹੜੀਆਂ ਤੁਹਾਨੂੰ ਸੱਚੀ ਪ੍ਰੋਬਲਮਸ ਆਉਂਦੀਆਂ, ਜਿਹੜੀਆਂ ਸੋਲਵ ਨਹੀਂ ਹੋ ਰਹੀਆਂ, ਉਹ ਜ਼ਿੰਮੇਵਾਰੀ USTA ਦੀ ਆ, ਜ਼ਿੰਮੇਵਾਰੀ CDFA ਦੀ ਆ, ਯੂਨੀਵਰਸਿਟੀਆਂ ਦੀ ਆ। ਇਹਨਾਂ ਸਾਰਿਆਂ ਨੂੰ ਜੇ ਜਾਣਦੀ ਤੁਸੀਂ ਨਹੀਂ ਜਗਾਵੋਗੇ, ਇਹਨਾਂ ਨੇ ਆਪੇ ਜਾਗਣਾ ਨਹੀਂ। ਤੁਸੀਂ ਇਹਨਾਂ ਨੂੰ ਰੀਚ ਆਊਟ ਕਰੋ, ਫੋਨ ਤੇ ਕਰੋ, ਚਿੱਠੀਆਂ ਲਿਖੋ, ਕਿਸੇ ਨੂੰ ਹੋਰ ਦੱਸੋ ਵੀ ਜਾਣਦੀ ਆਪਾਂ ਬਹਿ ਕੇ ਸਾਨੂੰ ਆਹ ਚੈਲੰਜਸ ਆ, ਇਹ ਸਾਡੇ ਚੈਲੰਜ ਸੋਲਵ ਹੋ ਨਹੀਂ ਰਹੇ, ਕਰਕੇ ਜਿੰਨੇ ਇਹ ਇੰਸਟੀਟਿਊਸ਼ਨਸ ਆ, ਇਹ ਸਾਰੇ ਇੰਸਟੀਟਿਊਸ਼ਨਸ ਲੋਕਾਂ ਦੇ ਟੈਕਸ ਪੇਅਰ ਦੇ ਪੈਸਿਆਂ ਨਾਲ ਚੱਲਦੇ ਆ। ਇਹਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ, ਜਿੱਦਾਂ ਆਪਣੇ ਹੁਣ ਪ੍ਰਾਈਵੇਟ ਇੰਡਸਟਰੀ ਦੇ ਵਿੱਚ ਤੁਹਾਨੂੰ ਹਰ ਵਾਰੀ ਰਿਵਿਊ ਦਿੰਦੇ ਆ, ਮੁੜ ਕੇ ਫਿਰ ਹਿਸਾਬ ਨਾਲ ਰੇਜ਼ ਮਿਲਦੀ ਆ, ਹੈ ਨਾ। ਵੀ ਜੇ ਤੁਸੀਂ ਰਿਵਿਊ ਹੀ ਨਾ ਕਿਸੇ ਨੂੰ ਦੇਵੋਗੇ, ਹੈ ਨਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕੋਈ ਉਹਨਾਂ ਦਾ ਹੈ ਨਹੀਂ ਗਾ। ਫਿਰ ਜਿੰਨੇ ਗ੍ਰਾਂਟਸ ਆ ਉਹਨਾਂ ਨੂੰ ਪੁੱਛੋ ਵੀ ਕਿੰਨੇ ਗ੍ਰਾਂਟ ਦਿੱਤੇ ਆ, ਕਿਹਨੂੰ ਗਏ ਆ, ਉਹਦਾ ਰਿਜ਼ਲਟ ਕੀ ਸੀ। ਟਾਈਮ ਆ ਗਿਆ ਗਾ ਹੁਣ ਇਸ ਵਕਤ ਨਾ, ਜਿੰਨਾ ਜਾਣਦੀ ਹੁਣ ਆਪਾਂ ਦੇਖੋ ਆਲਮੰਡ ਬੋਰਡ ਦੇ ਨਾਲ ਕੰਮ ਕੀਤਾ, ਉਹ ਬਹੁਤ ਹੀ ਹੁਣ ਜਾਣੀ ਦੀ ਚੰਗੀ ਰਿਲੇਸ਼ਨਸ਼ਿਪ ਆ, ਰੀਚ ਆਊਟ ਕਰਦੇ ਆ, ਪਰ ਉਹ ਐਵੇਂ ਨਹੀਂ ਬਣਦੀ ਜੇ ਅਸੀਂ ਨਾ ਹੀ ਉਹਨਾਂ ਨੂੰ ਕੁਐਸਚਨ ਕਰਦੇ, ਉਹਨਾਂ ਨੂੰ ਪਤਾ ਹੀ ਕੁਝ ਨਹੀਂ ਸੀ। ਹੁਣ ਲੀਸਟ ਜੋ ਅਸੀਂ ਕੁਝ ਕਹਿੰਦੇ ਆ, ਸਾਡੇ ਮੈਂਬਰ ਕਹਿੰਦੇ ਆ, ਉਹਨਾਂ ਦੀ ਵੌਇਸ ਉੱਥੇ ਜਾ ਕੇ ਸੁਣੀ ਜਾਂਦੀ ਆ। ਜੀ ਨਹੀਂ ਬਿਲਕੁਲ। ਸੋ ਐਲਮੰਡ ਬੋਰਡ ਦੀ ਵੀ ਆਪਾਂ ਗੱਲ ਕਰਦੇ ਹਾਂ, ਕਾਨਫਰੰਸ ਐਲਮੰਡ ਦੀ ਹੋ ਕੇ ਹਟੀ ਆ, ਉੱਥੇ ਕੀ ਕੁਝ ਵਾਪਰਿਆ, ਕੀ ਕਿੱਦਾਂ ਦਾ ਜਿਹੜਾ ਮਾਹੌਲ ਸੀ, ਕੀ ਫਰਕ ਆ ਪਹਿਲਾਂ ਦੇ ਨਾਲੋਂ, ਤਾਂ ਹੁਣ ਉਹਦੇ ਬਾਰੇ ਵੀ ਆਪਾਂ ਜਿਹੜੀ ਉਹ ਚਰਚਾ ਕਰਾਂਗੇ। ਬਾਕੀ ਜੇ ਤੁਸੀਂ ਕੋਈ ਖੇਤੀਬਾੜੀ ਦੇ ਨਾਲ ਸੰਬੰਧਿਤ ਗੱਲਬਾਤ, ਖਾਸ ਕਰਕੇ ਕਮਰਸ਼ੀਅਲ ਖੇਤੀਬਾੜੀ ਦੇ ਨਾਲ ਸੰਬੰਧਿਤ ਜੇ ਕੋਈ ਤੁਹਾਡਾ ਸਵਾਲ ਵੀ ਆ, ਤਾਂ ਤੁਸੀਂ ਹੁਣ ਇਸ ਪ੍ਰੋਗਰਾਮ 'ਚ ਵੀ ਕਾਲ ਕਰਕੇ ਸਵਾਲ ਪੁੱਛ ਸਕਦੇ ਆ। ਲਾਈਵ ਪ੍ਰੋਗਰਾਮ ਚੱਲ ਰਿਹਾ ਆ ਜਸਵੀਰ ਸਿੰਘ ਹੋਣਾ ਦੇ ਨਾਲ। 408-272-5200 4082725200 ਦੇ ਉੱਤੇ ਤੁਸੀਂ ਕਾਲ ਕਰੋ, ਤੇ ਕਾਲ ਕਰਕੇ ਤੁਸੀਂ ਆਪਣਾ ਜਿਹੜਾ ਉਹ ਸਵਾਲ ਵੀ ਜਿਹੜਾ ਉਹ ਪੁੱਛ ਸਕਦੇ ਆ। ਅੱਛਾ, ਹੁਣ ਸ਼ੁਰੂਆਤ ਆਪਾਂ ਇਸੇ ਚੀਜ਼ ਤੋਂ ਹੁਣ ਅੱਗੇ ਮਤਲਬ ਵੱਧਦੇ ਹੋਏ ਇਸ ਦੇ ਉੱਤੇ ਗੱਲ ਕਰਦੇ ਹਾਂ। ਤੁਸੀਂ ਸਵਾਲ ਜਵਾਬ ਦੀ ਗੱਲ ਕੀਤੀ ਵੀ ਕਰਨੇ ਚਾਹੀਦੇ ਆ। ਸੋ ਐਲਮੰਡ ਕਾਨਫਰੰਸ ਹਰ ਸਾਲ ਦਸੰਬਰ ਦੇ ਵਿੱਚ ਕਰਵਾਈ ਜਾਂਦੀ ਆ, ਇਸ ਸਾਲ ਵੀ ਇਹ ਹੋਈ ਆ। ਤੁਸੀਂ ਵੀ ਉੱਥੇ ਜਿਹੜਾ ਉਹ ਜਾ ਕੇ ਆਏ ਆ। ਜਿੰਨਾ ਕੁ ਕਿਸਾਨ ਨਾਖੁਸ਼ ਸੀਗੇ ਐਲਮੰਡ ਬੋਰਡ ਤੋਂ, ਜੋ ਲੇਟਲੀ ਉਹਨਾਂ ਨੇ ਜਿਹੜੀ ਨੈਸ ਦੀ ਰਿਪੋਰਟ ਆਈ ਉਸ ਤੋਂ ਬਾਅਦ 'ਚ, ਕਿੱਦਾਂ ਦਾ ਰਿਹਾ ਕਾਨਫਰੰਸ ਦਾ ਜਿਹੜਾ ਓਵਰਆਲ ਮਾਹੌਲ? ਇਸ ਵਾਰ ਵੀ ਕੀ 3 ਦਿਨ ਦੀ ਸੀ ਜਾਂ ਉਹਨਾਂ ਨੇ ਛੋਟੀ ਰੱਖੀ ਸੀ? ਕਿੱਦਾਂ ਕਿਵੇਂ ਸੀ ਮਾਹੌਲ, ਕਿਵੇਂ ਸੀ ਉੱਥੇ ਕਾਨਫਰੰਸ ਦੇ ਵਿੱਚ ਇਸ ਵਾਰ? ਰਾਜਕਰ ਭਾਈ, ਐਤਕੀ ਦੇਖੋ ਨਾ ਕਿ
ਇਹ ਦਸੰਬਰ 10 11 12 ਨੂੰ ਸੀ, ਦਿਨ ਉਨੇ ਸੀ, 3 ਦਿਨ ਸੀਗੀ। ਠੀਕ ਹੈ। ਹੈਨਾ, ਤੇ ਕੁਝ ਉਹਨਾਂ ਦਾ ਨਾ ਐਰਕੀ ਜਾਣੀ ਦੀ ਫਾਰਮ ਕਾਫੀ ਚੇਂਜ ਹੋਇਆ ਸੀ, ਹੈਨਾ। ਤੇ ਜਿਹੜੀ ਅੱਗੇ ਲੋਕ ਆਉਂਦੇ ਆ, ਜਿੱਦਾਂ ਬੂਥ ਹੁੰਦੇ ਆ, ਫਾਰਮਰਸ ਉੱਥੇ ਜਾਂਦੇ ਆ, ਐਰਕੀ ਜਾਣੀ ਦੀ ਇਕੱਠ ਬਹੁਤ ਘੱਟ ਸੀਗਾ। ਅੱਛਾ, ਲੋਕ ਹੀ ਘੱਟ ਆਏ, ਬਹੁਤ ਲੋਕ ਘੱਟ ਆਏ ਆ, ਹੈਨਾ। ਲੀਸ ਮੈਂ ਪਹਿਲੇ ਦਿਨ ਗਿਆ ਸੀ, ਪਹਿਲੇ ਦਿਨ ਤਾਂ ਕਾਫੀ ਘੱਟ ਸੀ। ਕਿਉਂ? ਪਹਿਲੇ ਦਿਨ ਨਾ ਸਟੇਟ ਆਫ ਦਾ ਯੂਨੀਅਨ ਉਹਨਾਂ ਦੇ ਪ੍ਰੈਜੈਂਟੇਸ਼ਨਸ ਹੁੰਦੀਆਂ ਕਿ ਜਿਹੜੀ ਸਾਡੀ ਬਦਾਮਾਂ ਦੀ ਇੰਡਸਟਰੀ ਅਸੀਂ ਕੀਤਾ ਕੀ ਆ, ਤੇ ਕਿੱਧਰ ਨੂੰ ਜਾ ਰਹੀ ਆ, ਤੇ ਫਿਊਚਰ ਉਹਦਾ ਕੀ ਹੋ ਸਕਦਾ। ਸਭ ਤੋਂ ਜ਼ਿਆਦਾ ਰਿਪੋਰਟ ਬੇਸਿਕਲੀ ਸੈਸ਼ਨ ਉਹੀ ਹੁੰਦਾ, ਹੈਨਾ। ਤੇ ਪਰ ਮੇਨ ਇੱਕ ਹੋਰ ਵੀ ਪਰਪਸ ਆ ਕਿ ਉੱਥੇ ਜਦੋਂ ਤੁਸੀਂ ਸਾਰਿਆਂ ਨੂੰ ਮਿਲ ਲੈਂਦੇ ਆ, ਇੱਕ ਥਾਂ ਤੇ ਇਕੱਠੇ ਹੁੰਦੇ ਆ, ਪ੍ਰੋਸੈਸਰ ਆ, ਬਾਇਰ ਆ, ਸ਼ਿਪਰ ਆ, ਜੋ ਵੀ ਜਾਣਦੀ ਇੰਡਸਟਰੀ ਨਾਲ ਰਿਲੇਟਡ ਆ ਨਾ, ਉਹ ਇੱਕ ਥਾਂ ਤੇ ਜਾਂਦੀ, ਇੱਕ ਇਕੱਠੇ ਹੁੰਦੇ ਆ, ਤੁਸੀਂ ਇੱਕ ਦੂਜੇ ਨਾਲ ਗੱਲਾਂ ਆਈਡੀਆ ਐਕਸਚੇਂਜ ਕਰਦੇ ਆ। ਇਸ ਲਈ ਉਹ ਨਾ ਬਹੁਤ ਵਧੀਆ ਗਈ, ਹੈਨਾ। ਪਰ ਪਾਰਟਿਸਿਪੇਸ਼ਨ ਕਾਫੀ ਘੱਟ ਸੀ। ਪਹਿਲੇ ਦਿਨ ਤਾਂ ਲੱਗਦੀ ਸੀ ਆਲਮੋਸਟ 50% ਹੀ ਆ ਅੱਗੇ ਨਾਲੋਂ, ਤੇ ਬੂਥ ਵੀ ਕਾਫੀ ਘੱਟ ਲੱਗੇ ਸੀਗੇ। ਪਰ ਕਈ ਗੱਲਾਂ ਉੱਥੇ ਜਾਣ ਦੀ ਚੰਗੀਆਂ ਵੀ ਹੈਗੀਆਂ, ਹੈਨਾ। ਇੱਕ ਐਰਕੀ ਜਦੋਂ ਅਸੀਂ ਦੇਖੋ, ਜਿਹੜੀ ਸਭ ਤੋਂ ਜ਼ਿਆਦਾ ਐਰਕੀ ਰੌਲਾ ਪਿਆ ਜਦੋਂ ਆਪਾਂ ਜਾਂਦੀ ਬੋਰਡ ਦੀ ਮੀਟਿੰਗ, ਆਲਮੰਡ ਬੋਰਡ ਦੀ ਮੀਟਿੰਗ ਸੀ, ਉੱਥੇ ਆਬਜੈਕਟਿਵ ਰਿਪੋਰਟ ਤੇ ਪਿਆ ਵੀ ਜਿਹੜਾ ਤੁਸੀਂ 3 ਬਿਲੀਅਨ ਪਾਉਂਡ ਕਿਹਾ, ਉਹਦੇ ਨਾਲ ਫਾਰਮਰ ਨੂੰ ਇਕੱਲਾ ਹਿੱਟ ਹੋਇਆ, ਹੋਰ ਕਿਸੇ ਨੂੰ ਹਿੱਟ ਨਹੀਂ ਹੋ ਰਿਹਾ, ਫਰਕ ਨਹੀਂ ਪਿਆ ਕਿਸੇ ਨੂੰ। ਹਾਂ, ਫਰਕ ਨਹੀਂ ਪਿਆ। ਕੀ ਕਹਿੰਦੇ ਫਿਰ ਇਹਦੇ ਨਾਲ ਐਰਕੀ ਉਹਨਾਂ ਨੇ 2 ਦਿਨ ਪਹਿਲਾਂ 3 ਦਿਨ ਮੀਟਿੰਗ ਕਰਕੇ ਉਹ ਕਹਿੰਦੇ ਗਾਹਾਂ ਨੂੰ ਅਸੀਂ ਆਬਜੈਕਟਿਵ ਰਿਪੋਰਟ ਹੀ ਨਹੀਂ ਕਰਿਆ ਕਰਨੀ, ਜਿਹੜੀ ਨੈਸ ਰਿਪੋਰਟ ਕਰਿਆ ਹੀ ਨਹੀਂ ਕਰਨੀ। ਨੈਸ ਰਿਪੋਰਟ ਉਹ ਨਾ ਅੱਗੇ ਦੇਖੋ, ਆਲਮੰਡ ਬੋਰਡ ਜੋ ਪੈਸੇ ਗਰੋਰਾਂ ਦੇ ਆ, ਉਹਨਾਂ ਤੇ ਚੱਲਦਾ ਗਾ। ਉਹ ਕਹਿੰਦੇ ਵੀ ਜਿਹੜੀ ਨੈਸ ਆ, USDA ਦੀ ਆਰਗੇਨਾਈਜੇਸ਼ਨ ਆ, ਇੱਕ ਡਿਵੀਜ਼ਨ ਆ, ਉਹਨੂੰ ਇਹ ਫੰਡ ਕਰਦੇ ਆ ਵੀ ਸਾਨੂੰ ਦੱਸੋ ਕਰਾਪ ਕਿੰਨਾ। ਐਰਕੀ ਉਹਨਾਂ ਨੇ ਕਾਫੀ ਟਾਈਮ, ਜੋ ਰਾਬ ਸਲਵੇਰਾ, ਜਦੋਂ ਅਸੀਂ ਉੱਥੇ ਪਹਿਲਾਂ ਗਏ ਆ, ਉਹ ਭੱਜ ਕੇ ਆਇਆ, ਆ ਕੇ ਪੁੱਛਣ ਲੱਗਿਆ ਬਈ ਜਾਣੀ ਦੀ ਅਸੀਂ ਆਬਜੈਕਟਿਵ ਰਿਪੋਰਟ ਕੱਢ ਦਿੱਤੀ ਆ, ਵੀ ਤੁਹਾਡਾ ਵਿਊ ਕੀ ਹੈ ਇਸ ਗੱਲ ਤੇ। ਮੈਂ ਵੀ ਅਸੀਂ ਤਾਂ ਬੜੇ ਖੁਸ਼ ਹਾਂ ਵੀ ਜਾਣ ਦੀ ਲੀਸਟ ਫਾਰਮਰਾਂ ਨੂੰ ਜੋ ਵੀ ਇਨਫੋਰਮੇਸ਼ਨ ਆ ਜਾਣਦੀ, ਚਾਹੇ ਸਹੀ ਹੋਵੇ, ਜਿਹੜੀਆਂ ਇਨਕਰੈਕਟ ਇਨਫੋਰਮੇਸ਼ਨਸ ਆ ਉਹ ਜਾਣਦੀ ਇੰਪੈਕਟਸ ਬਹੁਤ ਕਰਦੀਆਂ। ਸੋ ਰਾਵ ਨੇ ਕਾਫੀ ਟਾਈਮ ਲਾਇਆ, ਤੇ ਅਸੀਂ ਉਹਨੂੰ ਕਿਹਾ ਵੀ ਅਸੀਂ ਤਾਂ ਫੁੱਲੀ ਸਪੋਰਟ ਕਰਦੇ ਹਾਂ, ਜੋ ਤੁਸੀਂ ਚੰਗੀ ਡਿਸੀਜਨ ਲਈ ਆ ਕਿ ਨੈਸ ਨੂੰ ਨਾ, NASS ਨੂੰ ਫੰਡ ਨਾ ਕਰੋ। ਇਹ ਰਿਪੋਰਟ ਫਾਰਮਰਾਂ ਦੇ ਅਗੇਂਸਟ ਆ, ਇਹਦਾ ਕਿਸੇ ਨੂੰ ਕੋਈ ਬੈਨੀਫਿਟ ਨਹੀਂ ਹੁੰਦਾ। ਅੱਛਾ, ਇਹ ਨਾ ਕਰ ਸਕਦੇ ਆ, ਪਰ ਜੇ USDA ਕਵੇ ਕਰਨੀ ਪੈਣੀ, ਫਿਰ ਇਹ ਕੀ ਕਰਨਗੇ? ਨਹੀਂ, USDA ਇਹ ਨਹੀਂ ਕਹਿ ਸਕਦਾ। ਉਹ ਜਾਂਦੀ ਜਦੋਂ ਫਾਈਨਲ ਰਿਪੋਰਟ ਇੱਕ ਭੇਜ ਦਿਓ, ਕੋਈ ਗੱਲ ਨਹੀਂ। ਇਹ ਰਿਪੋਰਟ ਫਿਰ ਉਹਨਾਂ ਨੇ ਨਾ ਆਲਮੋਸਟ ਉੱਥੇ ਬੇਸਿਕਲੀ ਪੂਰਾ ਸੈਸ਼ਨ ਲਾਇਆ ਇਹਦੇ ਤੇ, ਹੈਨਾ। ਲੋਕਾਂ ਨੂੰ ਇਹ ਵੀ ਦੱਸਿਆ ਵੀ ਇਹ ਰਿਪੋਰਟ, ਜਦੋਂ ਰਿਪੋਰਟ ਕਰਨ ਦਾ ਮਤਲਬ ਜਦੋਂ ਸ਼ੁਰੂ ਹੋਈ ਸੀ 60 ਸਾਲ ਪਹਿਲਾਂ ਹੋਇਆ ਸੀ ਇਹ, ਵੀ ਸਾਡੇ ਕੋਲੇ ਕੋਈ ਡੇਟਾ ਹੈ ਨਹੀਂ ਸੀ, ਹਰ ਇੱਕ ਦੂਜੇ ਕਰਾਪ ਇੰਡਸਟਰੀ ਡੇਟਾ ਦਿੰਦੇ ਸੀ। ਇਹਨਾਂ ਨੇ ਉਦੋਂ, ਕਿਉਂ ਇੰਡਸਟਰੀ ਛੋਟੀ ਸੀ, ਹੈਨਾ, ਤੇ 1,00,000-2 ਲੱਖ ਏਕੜ ਹੁੰਦੇ ਸੀ, 200 ਇੰਨੇ ਕ 1,00,000-2 ਲੱਖ ਏਕੜ ਸੀਗੇ, ਤੇ ਉਦੋਂ ਜਾਂਦੀ ਇਹਦੀ ਐਕਰਸੀ ਠੀਕ ਸੀ। ਪਹਿਲਾਂ ਕਿਉਂ ਲੋਕਾਂ 'ਚ એનર્ਜੀ ਵੀ ਜ਼ਿਆਦਾ ਹੁੰਦੀ ਹੈ, ਜਿਹੜੇ ਵੀ ਸਾਰਾ ਕੁਝ ਸਹੀ ਹੋਵੇ, ਨਵਾਂ ਬਣਿਆ ਹੁੰਦਾ ਬੋਰਡ। ਹੁਣ ਮੇਨ ਰੀਜ਼ਨ ਉਹਨਾਂ ਦਾ ਹੈਗਾ ਗਾ ਕਿ ਸਾਡੀ ਇੰਡਸਟਰੀ ਇੰਨੀ ਵੱਧ ਗਈ ਆ ਕਿ ਅਸੀਂ ਇਹਦੇ ਵਿੱਚ, ਇਹ ਰਿਪੋਰਟਾਂ 'ਚ ਜਿੰਨੀ ਇਹਦੇ 'ਚ ਇਨਐਕਰਸੀ ਆ ਨਾ, ਇਹਦੇ ਨਾਲ ਅਸੀਂ ਜਾਣੀ ਦੀ ਇਹ ਮਿਸਲੀਡ ਕਰ ਰਹੀ ਹੈ ਇੰਡਸਟਰੀ ਨੂੰ। ਇਸ ਕਰਕੇ ਇਹਨੂੰ ਫੰਡ ਨਾ ਕਰੋ ਤੇ ਇਹਨੂੰ ਰਿਪੋਰਟ ਨਾ ਕਰੋ। ਅੱਛਾ, ਹੈਨਾ। ਉਹਨਾਂ ਨੇ ਸੋ ਨੈਸ ਰਿਪੋਰਟ, ਜਿਹੜੀ ਆਬਜੈਕਟਿਵ ਰਿਪੋਰਟ ਆ, ਉਹ ਕਰਨੀ ਹੋਈ ਨਹੀਂ। ਪਰ ਇੱਕ ਗੱਲ ਦੀ ਖੁਸ਼ੀ ਇਹ ਆ ਨਾ, ਦੇਖੋ, ਖੁਸ਼ੀ ਵੀ ਅਸੀਂ ਤਾਂ ਆਪਦੇ ਵੱਲੋਂ ਕਹਿੰਦੇ ਆ ਕਿ ਇਹ ਇਸ਼ੂ ਵਾਰ-ਵਾਰ ਆਉਂਦਾ ਸੀ, ਹੈਨਾ। ਕਈ ਵਾਰੀ ਅੱਗੇ ਵੀ ਆਇਆ, ਪਰ ਕਿਸੇ ਨੇ ਐਡਰੈਸ ਨਹੀਂ ਕੀਤਾ। ਐਰਕੀ ਪੱਗ ਨੇ ਹੀ ਪਹਿਲੀ ਵਾਰੀ ਜਾ ਕੇ ਜਦੋਂ ਕੋਈ ਇਸ਼ੂ ਰੇਜ਼ ਕੀਤਾ, ਉਹਦਾ ਅਗਲਿਆਂ ਨੇ ਸੋਲੂਸ਼ਨ ਵੀ ਦਿੱਤਾ। ਆਪਾਂ ਇਹੀ ਕਹਿੰਦੇ ਆ ਵੀ ਜਾਣਦੀ, ਇਹੀ ਕੰਮ ਨਹੀਂ ਵੀ ਅਸੀਂ ਜਾ ਕੇ ਉੱਥੇ ਜੋ ਕਹਿੰਦੇ ਆ ਸਾਡੀ ਕੋਈ ਸੁਣਦਾ ਨਹੀਂ, ਅਗਲਿਆਂ ਨੇ ਪੂਰਾ ਸੁਣਿਆ। ਉਹ ਕਹਿੰਦੇ ਅਸੀਂ ਰਿਪੋਰਟ ਇਹ ਕਰਨੀ ਹੋਈ ਨਹੀਂ, ਹੈਨਾ। ਤੇ ਫਿਰ ਹੁਣ ਸੈਕੰਡ ਜਿਹੜੀ ਚੀਜ਼ਾਂ ਹੈਗੀਆਂ ਗੀਆਂ,
ਜਿੱਥੇ ਕੰਸਰਨ ਦੱਸਦੇ ਆ, ਜਿੰਨਾ ਉਹਨਾਂ ਦੀ ਇਨਵੋਲਵਮੈਂਟ ਹੈਗੀ ਆ, ਉਹ ਪੂਰਾ ਪਾਰਟਿਸਿਪੇਟ ਕਰ ਰਹੇ ਆ। ਕਲੋਰੀਸ ਵੀ ਮਿਲੀ ਸੀ ਬਾਅਦ ਦੇ ਵਿੱਚ, ਜੋ ਜਾਣੀ ਦੀ ਉਹ ਅਸੀਂ ਮੀਟਿੰਗ ਸੈੱਟ ਕਰ ਰਹੇ ਆ, ਜਾਂਦੀ ਆ ਫਰਵਰੀ 'ਚ ਹੋਊਗੀ ਹੁਣ, ਜੋ ਪੱਗ ਦੀ ਤੇ ਆਲਮੰਡ ਬੋਰਡ ਦੀ ਵਿੱਚੇ USDA ਸਾਰੇ ਹੋਣਗੇ ਵੀ ਜੋ ਸਾਡੇ ਇੰਡਸਟਰੀ ਦੇ ਇਸ਼ੂ ਆ, ਕਿਉਂ ਨਾ ਅਸੀਂ ਇੱਕ ਟੇਬਲ ਤੇ ਬਹਿ ਕੇ ਉਹਨਾਂ ਨੂੰ ਡਿਸਕਸ ਕਰਕੇ ਉਹਨਾਂ ਦੇ ਮੂਵ ਫਾਰਵਰਡ ਹੋਈਏ, ਹੈ ਨਾ। ਉਹਨਾਂ ਨੇ ਲੀਸਟ ਉਹਨਾਂ ਨੇ ਇਹ ਕਮਿਟਮੈਂਟ ਤਾਂ ਦੇ ਦਿੱਤੀ ਆ ਵੀ ਅਸੀਂ ਉਹਨੇ ਵੀ ਕਹਿਣਾ ਮੰਗਦੇ ਵੀ ਜਾਂਦੀ ਤੁਹਾਡਾ ਕੋਈ ਸੁਣਦਾ ਨਹੀਂ, ਹੈ ਨਾ। ਜੇ ਅਸੀਂ ਗਰੋਰਾਂ ਦੀ ਨਹੀਂ ਸੁਣਾਂਗੇ ਤਾਂ ਸੁਣਾਂਗੇ ਕਿਹਦੀ, ਹੈ ਨਾ। ਤੇ ਗਰੋਰਾਂ ਦੀ ਵੌਇਸ ਪੱਗ ਆ ਇਸ ਵਾਸਤੇ, ਹੋਰ ਕੋਈ ਐਂਟੀਟੀ ਹੈ ਨਹੀਂ ਗੀ ਜਿਹੜਾ ਕੋਈ, ਜੇ ਕੋਈ ਸਿੰਗਲ ਗਰੋਰ ਜਾ ਕੇ ਕਿੱਡਾ ਵੀ ਵੱਡਾ ਕੁਝ ਮਰਜ਼ੀ ਕਹਿ ਦੇ, ਉਹਦਾ ਵੌਇਸ ਹੈ ਨਹੀਂ ਗਾ, ਉਹਦੀ ਸੁਣਦਾ ਹੀ ਕੋਈ ਨਹੀਂ। ਅੱਛਾ, ਇਹਦੇ ਵਿੱਚ ਇੱਕ ਇਹ ਰੌਲਾ ਪਿਆ ਸੀਗਾ ਹੁਣੇ ਰੀਸੈਂਟਲੀ ਆਲਮੰਡ ਬੋਰਡ ਦੀ ਜਿਹੜੇ ਮੀਟਿੰਗ ਕਰਨ ਦੇ ਤਰੀਕੇ ਨੂੰ ਲੈ ਕੇ, ਕਹਿੰਦੇ ਏਜੰਡੇ 'ਚ ਗੱਲ ਵੀ ਨਹੀਂ ਸੀਗੀ ਤੇ ਅਚਨਚੇਤ ਆਪ ਹੀ ਇਹਨਾਂ ਨੇ ਇਸ ਦੇ ਉੱਤੇ ਨੈਸ਼ ਰਿਪੋਰਟ ਨੂੰ ਨਾ ਜਿਹੜਾ ਕਰਨ ਦੇ ਉੱਤੇ ਵੋਟ ਜਿਹੜੀ ਉਹ ਪਾ ਦਿੱਤੀ ਸੀ। ਸੋ ਇਸ ਚੀਜ਼ ਤੋਂ ਵੀ ਕਿਸਾਨ ਅਜੇ ਵੀ ਇਹਨਾਂ ਦੇ ਕਿਤੇ ਨਾ ਕਿਤੇ ਕਾਰਜਕਾਰੀ ਤੋਂ ਵੀ ਕਿੱਦਾਂ ਕੰਮ ਕਰਨਾ ਆ, ਫਾਰਮਰਸ ਨੂੰ ਹਨੇਰੇ 'ਚ ਰੱਖਿਆ ਜਾਂਦਾ ਆ। ਸੋ ਆਪਾਂ ਨੂੰ ਪਤਾ ਵੀ ਉਦੋਂ ਬੜੀ ਤਲਖੀ ਹੋਈ ਸੀ, ਗਾਲ ਤੁੱਕੇ ਤੱਕ ਵੀ ਜਿਹੜੀ ਉਹ ਗੱਲ ਉਸ ਟਾਈਮ ਦੇ ਉੱਤੇ ਪਹੁੰਚ ਗਈ ਸੀਗੀ। ਸੋ ਇਸ ਦੇ ਵਿੱਚ ਕੋਈ ਸੁਧਾਰ ਲਿਆ ਰਹੇ ਆ ਜਾਂ ਨਹੀਂ? ਨਹੀਂ, ਦੇਖੋ ਰਾਜਕਰਮਵੀਰ, ਉਹਨਾਂ ਨੇ ਜਿਹੜੀ ਰਿਪੋਰਟ ਹੁੰਦੀ ਆ ਨਾ, 124 ਬੰਦੇ ਆ ਜੋ ਵਾਲੰਟੀਅਰ ਕਰਦੇ ਆ। ਅੱਛਾ, ਟਾਈਮ, ਹੈ ਨਾ। ਉਹਨਾਂ ਦੀ ਪੇਸ ਕੇ ਕੋਈ ਉਹਨਾਂ ਨੂੰ ਪੈਸਾ ਨਹੀਂ ਦਿੰਦੇ ਹੈ। ਚੈਲੰਜ ਇੱਥੇ ਹੀ ਆ ਜਾਂਦਾ ਗਾ ਵੀ ਜਿਹੜੇ ਪਹਿਲਾਂ ਸਟਰਕਚਰ ਜਿਹੜਾ ਚਿਰਦਾ ਖਰਾਬ ਹੋਇਆ ਨਾ, ਜਿੱਥੋਂ ਬੋਰਡ ਦੀ ਮੇਕਅਪ ਆ, ਕਿਉਂ ਹੁਣ ਤੁਸੀਂ ਦੇਖੋ ਬੋਰਡ ਆ, ਬੋਰਡਾਂ ਤੇ ਮੋਸਟਲੀ ਪ੍ਰੋਸੈਸਰ ਆ, ਸਾਰੇ ਪ੍ਰੋਸੈਸਰ ਉਹਨਾਂ ਨੂੰ ਆਲਮੰਡ ਬੋਰਡ ਦਾ ਕੋਈ ਬੋਰਡ ਮੈਂਬਰਾਂ ਨੂੰ ਪੇ ਨਹੀਂ ਕਰਦਾ, ਰੋਟੀ ਰਾਟੀ ਖਵਾ ਦਿੰਦੇ ਆ ਉਹ ਜਿਹੜੇ ਦਿਨ ਮੀਟਿੰਗਾਂ ਤੇ ਜਾਂਦੇ ਆ, ਹੋਰ ਕੋਈ ਨਹੀਂ, ਹੈ ਨਾ। ਤੇ ਜਦੋਂ ਉੱਥੇ ਜਾਂਦੇ ਆ ਫਿਰ ਕੁਆਲਿਟੀ ਵੀ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਬੋਰਡ 'ਚ ਕੁਆਲਿਟੀ ਕਿੰਨੀ ਆ, ਹੈ ਨਾ। ਕਰਕੇ ਉਹ ਟਰੂਲੀ ਇਲੈਕਟਡ ਹੈ ਨਹੀਂ ਗੇ ਜਿਹੜੇ ਫਾਰਮਰਾਂ ਨੂੰ ਰੈਪ੍ਰੈਜ਼ੈਂਟ, ਉਹ ਪ੍ਰੋਸੈਸਰ ਆ, ਜੋ ਕੁਝ ਉਹਨਾਂ ਨੂੰ ਠੀਕ ਲੱਗਦਾ, ਜਿਹੜਾ ਕੁਝ ਉਹਨਾਂ ਦੇ ਪ੍ਰੋਸੈਸ ਤੇ ਜਿਹੜਾ ਉਹ ਦਿਨ ਰਾਤ ਕੰਮ ਕਰਦੇ ਆ, ਉਹਨਾਂ ਦੀ ਸੋਚ ਵੀ ਉਦਾਂ ਦੀ ਬਣ ਜਾਂਦੀ ਆ ਕਿ ਉਹਨਾਂ ਨੇ ਉਸੀਆਂ ਡਿਸੀਜਨਾਂ ਲੈਣੀਆਂ ਉਦਾਂ ਦੀਆਂ ਜਿਹੜੀਆਂ ਉਹਨਾਂ ਦਾ ਨੌਲੇਜ ਬੇਸ ਵੀ ਉਹਨਾਂ ਹੋ ਜਾਂਦਾ, ਫਾਇਦਾ ਉਹਨਾਂ ਨੂੰ ਹੋਵੇ। ਹਾਂ, ਫਾਇਦਾ ਵੀ ਉਹਨਾਂ ਨੂੰ ਹੋਵੇ ਕਿ ਉਹ ਸੋਚ ਉਦਾਂ ਦੀ ਹੋਊਗੀ ਨਾ। ਇਹ ਕਾਰੀਆਂ ਇਦਾਂ ਹੀ ਨਾ, ਜਦੋਂ ਬਹੁਤ ਵੱਡੀ ਕੰਪਨੀ ਸੀ IBM, ਸਟੋਰੇਜ ਹਾਰਡ ਡਿਸਕ ਬਣਾਉਂਦੀ ਸੀ, ਤੇ ਉਹਨਾਂ ਨੇ ਮੈਨੂੰ, ਅਸੀਂ ਹਿਟਾਚੀ ਨੇ ਉਹਨੂੰ ਖਰੀਦ ਲਿਆ, ਹਿਟਾਚੀ ਨੇ ਮੈਨੂੰ ਇੱਕ ਪ੍ਰੋਜੈਕਟ ਦਿੱਤਾ, ਹੈ ਨਾ, ਜਿਹਦਾ ਕੰਮ ਸੀ, ਉਹ ਕਹਿੰਦਾ ਅਸੀਂ ਕਿਹੜੇ ਪੋਜੀਸ਼ਨ ਤੋਂ ਸ਼ੁਰੂ ਹੋ ਜਾਈਏ, ਕਨਕਲੂਜਨ ਉਹੀ ਹੁੰਦੀ ਆ, ਹੈ ਨਾ। ਬਈ ਭਾਵੇਂ ਅਸੀਂ ਕਿੱਥੋਂ ਮਰਜੀ ਕੋਈ ਵੀ ਪ੍ਰੋਬਲਮ, ਕੋਈ ਵੀ ਚੀਜ਼ ਜਿੱਥੋਂ ਮਰਜੀ ਫੜ ਲਓ ਤੁਸੀਂ, ਐਂਡ ਉੱਥੇ ਹੀ ਹੋਣਾ ਜਿੱਥੇ ਹਮੇਸ਼ਾ ਹੀ ਹੁੰਦੇ ਆਏ ਆ। ਵੀ ਉਹਦਾ ਕੀ ਆ, ਉਹਦਾ ਮੇਨ ਇਹ ਸੀਗਾ ਵੀ ਜਿਹੜੀ ਐਗਜ਼ੈਕਟਿਵ ਜਿਹੜੀਆਂ ਉਹ ਟੀਮਾਂ ਗੀਆਂ, ਉਹ ਇੰਨੇ ਚਿਰ ਦੀਆਂ ਫਿਰਦੀਆਂ, ਜਦੋਂ ਉਹਨਾਂ ਦੇ ਫਿਲਟਰ ਦੇ ਥਰੂ ਆ ਕੇ ਆਉਂਦੇ ਤੁਸੀਂ, ਉਹਨਾਂ ਨੇ ਡਿਸੀਜਨ ਉੱਥੇ ਹੀ ਡਰਾਈਵ ਕਰਾਉਣੀ ਆ, ਭਾਵੇਂ ਤੁਸੀਂ ਕਿੰਨਾ ਮਰਜੀ ਚੇਂਜ ਕਰ ਲਓ। ਇਹਦੇ ਵਿੱਚ ਤਾਂ ਜਿਹੜੇ ਨਵੀਂ ਡੈਮੋਕ੍ਰੇਸੀ ਆ ਨਾ, ਕਿ ਜਿਹੜੇ ਇਕੱਲਾ ਬੋਰਡ ਮੈਂਬਰ ਉਹਨਾਂ ਨੂੰ ਟਰੂਲੀ ਇਲੈਕਟਡ ਹੋਣਾ ਚਾਹੀਦਾ, ਜਿਹੜੇ ਏਰੀਏ 'ਚੋਂ ਇਲੈਕਟ ਹੁੰਦਾ ਉਸ ਏਰੀਏ ਦੇ ਗਰੋਰ ਉਹਨੂੰ ਅਕਾਊਂਟੇਬਲ ਬਣਾਉਣਾ ਚਾਹੀਦਾ, ਵੀ ਉਹ ਮੀਟਿੰਗ ਕਰੇ ਆ ਕੇ ਤਾਂ ਦੱਸੇ, ਹੈ ਨਾ। ਹੁਣ ਜਿਹੜਾ ਓਪਨ ਜਿਹਾ ਲੱਗਿਆ ਹੋਇਆ ਨਾ ਵੀ ਜਾਂਦੀ 4 ਬੋਰਡ ਬਲੂ ਡਾਇਮੰਡ ਨੂੰ ਦੇ ਦਿਓ, ਫਲਾਨੇ ਦੇ ਦਿਓ, ਹੈ ਨਾ। 4 ਬੋਰਡ ਉਹਨਾਂ ਨੂੰ ਤਾਂ ਮਿਲਦੇ ਆ ਕਿ ਉਹ ਕਹਿੰਦੇ ਸਾਡੇ ਕੋਲੇ 3200 ਗਰੋਰ, ਹੈ ਨਾ। ਸੋ ਜਿਹੜੇ ਆਪਣੇ ਪੰਜਾਬੀ ਬਲੂ ਡਾਇਮੰਡ ਨੂੰ ਬਦਾਮ ਵੇਚਦੇ ਆ, ਉਹਨਾਂ ਦੀ ਵੌਇਸ ਉਹੀ ਆ ਤੇ ਉਹੀ ਡਿਸੀਜਨਾਂ ਬਣਾਉਂਦੇ ਆ। ਤੁਸੀਂ ਉਹਨਾਂ ਨੂੰ ਅਕਾਊਂਟੇਬਲ ਕਰੋ ਵੀ ਮੀਟਿੰਗਾਂ ਦੱਸੋ ਸਾਨੂੰ ਤੁਸੀਂ ਇਹ ਡਿਸੀਜਨ ਬਣਾਈ ਕਿਉਂ ਆ, ਹੈ ਨਾ। ਤੇ ਇਸ ਕਰਕੇ ਨਾ ਦੇਖੋ, ਜਿੰਨਾ ਚਿਰ ਅਸੀਂ ਗਰੋਰ ਆਪ ਨਹੀਂ ਉੱਠਦੇ, ਉਹਨਾਂ ਨੂੰ ਅਕਾਊਂਟੇਬਲ ਨਹੀਂ ਬਣਾਉਂਦੇ, ਆਪੇ ਕਿਸੇ ਨੇ ਨਹੀਂ ਬਣਨਾ। ਠੀਕ ਹੈ ਨਾ। ਤੇ ਹਾਂ, ਗਲਤੀਆਂ ਬਹੁਤ ਹੈਗੀਆਂ, ਮੰਨਦੇ ਵੀ ਆ, ਉਹ ਸਾਰੀਆਂ ਹੈਗੀਆਂ, ਪਰ ਜਿਹੜੇ ਲਿਮਿਟਡ ਰਿਸੋਰਸਿਸ ਆ, ਅਸੀਂ ਕੀ ਮੰਗਦੇ ਆ, ਉਹ ਕਿਹੜੀਆਂ ਚੀਜ਼ਾਂ ਤੇ ਕੰਮ ਕਰਨਾ, ਹੈ ਨਾ। ਜਿਹੜੇ ਆਹ ਚੀਜ਼ਾਂ ਨਾ ਵੀ ਜਿਹੜੀਆਂ ਸਟਰਕਚਰ ਆ, ਹੁਣ ਤੁਸੀਂ ਦੇਖੋ USDA ਆ, 3-4 ਡਿਫਰੈਂਟ ਡਿਪਾਰਟਮੈਂਟਾਂ ਆ ਕੇ
ਇਹਦੇ ਵਿੱਚ ਇਹਨਾਂ ਨੂੰ ਮੈਨੇਜ ਕਰਦੀਆਂ, ਜਿਹੜੇ ਮਾਰਕੀਟਿੰਗ ਆਰਡਰ ਵਾਲੇ ਇੱਕ ਆ, ਦੂਜੇ ਹੋਰ ਆ, ਹੈਨਾ। ਤੇ ਜੇ ਉਹ ਸਾਰਿਆਂ ਨੂੰ ਕਰੋ ਕੋਆਰਡੀਨੇਟ ਕਰਨ ਲਈ, ਉੱਪਰ ਤਾਂ ਕੋਈ ਬੰਦਾ ਹੈ ਨਹੀਂ ਜਿਹੜਾ ਅਕਾਊਂਟੇਬਲ ਆ। ਉਹ ਜਿਹੜੇ ਚਿਰਾਂ ਦੇ ਜਾਣਦੀ ਇਹ ਪ੍ਰੋਸੈਸ ਚੱਲਦੇ ਆਏ ਆ, ਉਹ ਚੱਲਦੇ ਹੀ ਆਉਣੇ ਆ। ਟਾਈਮ ਲੱਗੂ ਇਹਨਾਂ ਨੂੰ ਚੇਂਜ ਕਰਨ ਨੂੰ, ਪਰ ਚੇਂਜ ਤਾਂ ਹੋਣਗੇ ਜੇ ਹੇਠਾਂ ਤੋਂ ਵੋਇਸ ਉੱਠੂ। ਜੇ ਤੁਸੀਂ ਆਵਾਜ਼ ਨਹੀਂ ਠਾਵੋਗੇ ਉਹਨਾਂ ਨੂੰ, ਹਾਂ ਹੁਣ ਆਪਣੇ ਆਪਾਂ ਪੱਗ ਨੇ ਆਵਾਜ਼ ਠਾਈ ਆ, ਉੱਥੇ ਅਸੀਂ ਹਾਂ ਜੈਕਟ ਤਾਂ ਪਾਈ ਵੀ ਸੀਗੀ ਪੱਗ ਦੀ ਜਿਹੜੀ ਆਪਣੀ ਹੈਗੀ ਆ, ਹੈਨਾ। ਲੋਕ ਉੱਥੇ ਆ ਕੇ ਤੁਹਾਨੂੰ ਲੋਕਾਂ ਕੋਲੇ ਜਾਣ ਦੀ ਲੋੜ ਨਹੀਂ ਸੀ, ਲੋਕ ਤੁਹਾਡੇ ਕੋਲੇ ਆਉਂਦੇ ਸੀ, ਪੁੱਛਦੇ ਸੀ, ਸ਼ਿਪਰ ਵਾਲੇ ਵੀ ਪੁੱਛਦੇ ਸੀ, ਪ੍ਰੋਸੈਸਿੰਗ ਵਾਲੇ ਪੁੱਛਦੇ ਸੀ। ਕਈ ਬੰਦੇ ਉਹ ਬਾਹਲੇ ਬੰਦੇ ਮੈਂ ਇਦਾਂ ਮਿਲੇ ਜਿਹੜੇ ਮੈਨੂੰ ਅੱਗੇ ਪਹਿਲੇ ਮਿਲੇ ਹੀ ਨਹੀਂ। ਫਿਰ ਤੁਸੀਂ ਹਾਂਜੀ ਅਗਲੇ ਆਪ ਦਾ ਵੀ ਐਨਗੇਜ ਫਰਦਰ ਹੋਣਾ ਮੰਗਦੇ ਆ, ਹੈਨਾ। ਸੋ ਇਹ ਜਿਹੜਾ ਸਿਸਟਮ ਆ ਨਾ, ਆਈ ਥਿੰਕ ਸਿਸਟਮ ਇਉਂ ਨਹੀਂ ਵੀ ਜਾਂਦੀ, ਤੁਹਾਨੂੰ ਕਿਸੇ ਨੇ ਉੱਪਰੋਂ ਬਣਾ ਕੇ ਦੇਣਾ, ਆਪਦੇ ਆਪ ਨੂੰ ਬਣਾਉਣਾ ਪੈਣਾ। ਬਣੂਗਾ ਤਾਂ ਜੇ ਤੁਸੀਂ ਵਿੱਚ ਪਾਰਟਿਸਿਪੇਟ ਕਰੋਗੇ, ਹੈਨਾ, ਨਹੀਂ ਤਾਂ ਮਾੜਾ ਹੀ ਲੱਗੂਗਾ। ਸਹੀ। ਤੇ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਆ ਜਸਵੀਰ ਜੀ, ਤੇ ਇੱਕ ਬ੍ਰੇਕ ਤੋਂ ਬਾਅਦ ਮੁੜਦੇ ਆ ਵਾਪਸ, ਗੱਲਬਾਤ ਨੂੰ ਜਾਰੀ ਰੱਖਾਂਗੇ। ਐਲਮੰਡ ਕਾਨਫਰੰਸ ਦੀ ਜਿਹੜੀ ਸਮਰੀ ਆ, ਹੋਰ ਉੱਥੇ ਕੀ ਹੋਇਆ, ਕੀ ਗੱਲਾਂ ਸੀ, ਕਿਸਾਨ ਕੀ ਸੋਚਦੇ ਸੀ, ਉਹਦੇ ਬਾਰੇ ਆਪਾਂ ਚਰਚਾ ਕਰਦੇ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ ਤੇ ਆਪਣੇ ਨਾਲ ਜੁੜੇ ਹੋਏ ਨੇ ਜਸਬੀਰ ਸਿੰਘ ਜੀ। ਜਸਬੀਰ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਆਵਾਜ਼ ਮੈਨੂੰ ਲੱਗਦਾ ਤੁਹਾਡੀ ਮਿਊਟ ਆ, ਅਨਮਿਊਟ ਕਰ ਲਿਓ ਪਹਿਲਾਂ ਜੀ। ਹਾਂਜੀ, ਰਾਜਕਰਨ ਵੀਰ ਜੀ ਸਤਿ ਸ੍ਰੀ ਅਕਾਲ। ਹਾਂਜੀ, ਸੋ ਜਸਬੀਰ ਜੀ ਆਪਾਂ ਗੱਲਬਾਤ ਕਰ ਰਹੇ ਸੀਗੇ ਕਾਨਫਰੰਸ ਦੇ ਵਿੱਚ। ਤੁਸੀਂ ਕਿਹਾ ਵੀ ਲੋਕ ਘੱਟ ਸੀ, ਸਿਰਫ ਜਿਹੜੇ ਲੋਕ ਉੱਥੇ ਆਏ ਸੀ ਉਹੀ ਘੱਟ ਸੀ, ਜਾਂ ਜਿੱਦਾਂ ਉੱਥੇ ਹੁੰਦੇ ਆ ਸ਼ਿਪਰ ਹੁੰਦੇ, ਬ੍ਰੋਕਰ ਹੁੰਦੇ, ਵੱਖ-ਵੱਖ ਨਵੀਂ ਟੈਕਨੋਲੋਜੀ ਹੋਰ ਕਈ ਚੀਜ਼ਾਂ ਜਿਹੜੀਆਂ ਉਹ ਦਿਖਾ ਰਹੇ ਹੁੰਦੇ ਆ, ਕਿ ਉਹ ਵੀ ਘੱਟ ਸੀਗੇ ਜਿਹੜੇ ਬੂਥ ਵਗੈਰਾ ਆ? ਨਹੀਂ, ਬੂਥ ਆਲਮੋਸਟ 50% ਹੀ ਸੀ, ਹੈ ਨਾ। ਅੱਛਾ, ਪਹਿਲਿਆਂ ਦੇ ਮੁਕਾਬਲੇ? ਪਹਿਲਿਆਂ ਦੇ ਮੁਕਾਬਲੇ ਨਾ ਜਾਂਦੀ ਕਾਫੀ ਘੱਟ ਸੀਗੇ। ਹਾਂ, ਕਰਕੇ ਤੁਸੀਂ ਅੱਗੇ ਤਾਂ ਤੁਹਾਨੂੰ 2 ਦਿਨ ਲੱਗ ਜਾਂਦੇ ਆ ਸਾਰੇ ਬੂਥਾਂ 'ਚ ਜਾਣ ਨੂੰ। ਇੱਥੇ ਤਾਂ ਵਿਦ ਕਪਲ ਆਵਰਸ ਸਾਰਾ ਫਿਨਿਸ਼ ਹੋ ਜਾਈਦਾ ਸੀ। ਬੂਥ ਵੀ ਘੱਟ ਸੀ, ਹੈ ਨਾ, ਤੇ ਫਾਰਮਰਸ ਵੀ ਘੱਟ ਸੀਗੇ। ਬਾਕੀ ਜਾਣਦੀ ਸਾਰੇ ਏਰੀਆ ਰੈਪਰੈਜ਼ੈਂਟਡ ਤਾਂ ਸੀਗੇ। ਤੇ ਪਰ ਉੱਦਾਂ ਸਾਰਿਆਂ ਨੂੰ ਨਾ ਲੀਸਟ 1 ਦਿਨ ਲਈ ਤਾਂ ਜਾਣਾ ਚਾਹੀਦਾ, ਦੇਖਣਾ ਚਾਹੀਦਾ। ਉਹਦੇ ਮੇਨ ਰੀਜ਼ਨ ਇਹ ਆ ਕਿ ਜਦੋਂ ਤੁਸੀਂ ਕਾਨਫਰੰਸਾਂ ਤੇ ਜਾਂਦੇ ਆ ਨਾ, ਤੁਹਾਨੂੰ ਇੰਡਸਟਰੀ ਦੀ ਡਾਇਰੈਕਸ਼ਨ ਆਪੇ ਹੀ ਦਿਸ ਜਾਂਦੀ ਹੈ, ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਹੈ ਨਾ। ਜਿਹੜੇ ਉੱਥੇ ਬੂਥ ਆਏ ਆ ਵੀ ਉਹ ਕਿੱਧਰ ਨੂੰ ਜਾ ਰਹੇ ਆ, ਕੀ ਹੋ ਰਹੇ ਆ, ਹੈ ਨਾ, ਕਿੱਦਾਂ ਕਰ ਰਹੇ ਆ। ਮੇਬੀ ਉਹ ਕਈ ਵਾਰੀ ਅਰਲੀ ਕਾਨਸੈਪਟਸ ਦਿਖਾਏ ਹੁੰਦੇ ਆ, ਹੈ ਨਾ। ਹੁਣ ਜੇ ਤੁਸੀਂ ਦੇਖੋ, ਆਪਾਂ ਦੇਖ ਰਹੇ ਹਾਂ ਅੱਗੇ ਸਾਡੇ ਜੋ ਪੈਸਟੀਸਾਈਡ ਆ, ਜੋ ਬਗਸ ਆ, ਹੈ ਨਾ, ਉਹ ਇੱਥੇ ਖੇਤਾਂ ਦੇ ਵਿੱਚ ਕਾਉਂਟੀ ਵਾਲੇ ਵੀ ਤੇ PCAs ਵੀ ਉਹ ਟੰਗ ਜਾਂਦੇ ਆ ਟਰੈਪਸ, ਹੈ ਨਾ। ਹੁਣ ਉਹਨਾਂ ਨੇ ਟਰੈਪਸ ਦੇ ਵਿੱਚ ਉਹ ਲਾ ਦਿੱਤਾ ਗਾ ਕਿ ਜਿਹੜਾ ਰੀਅਲ ਟਾਈਮ ਉਹ ਡੇਟਾ ਵੀ ਟਰਾਂਸਮਿਟ ਕਰਨਗੇ। ਉਹ ਕੈਮਰੇ ਲੱਗੇ ਵੇ ਆ ਛੋਟੇ ਜਿਹੇ, ਹੈ ਨਾ। ਸੋ ਤੁਸੀਂ ਘਰੇ ਬੈਠੇ ਵੀ ਦੇਖ ਸਕਦੇ ਆ ਬਈ ਜਿਹੜੇ ਜਾਣਦੀ ਤੁਹਾਡੇ ਪ੍ਰੈਸ਼ਰ ਘੱਟ ਆ, ਵੱਧ ਰਿਹਾ, ਘਟ ਰਿਹਾ, ਕਿਹੜਾ ਚੀਜ਼ ਆ, ਹੈ ਨਾ। ਸੋ ਜਿਹੜੇ ਉਹ ਟੈਕਨੋਲੋਜੀ ਵੱਲ ਜਾ ਰਹੇ ਆ ਨਾ, ਉਹ ਦੱਸ ਰਹੇ ਆ ਕਿ ਗਾਹਾਂ ਨੂੰ ਜਿਹੜੇ PCAs ਆ ਇਹਨਾਂ ਦੇ ਕੰਮ ਘਟ ਜਾਣੇ ਆ, ਹੈ ਨਾ। ਤੇ ਫਿਰ ਜਦੋਂ ਖੇਤਾਂ ਦੇ ਵਿੱਚ ਮਲਟੀਪਲ ਲੱਗਦੇ, ਉਹ ਵੀ ਦੱਸ ਰਹੇ ਆ। ਬਹੁਤ ਚੀਜ਼ਾਂ ਜਿਹੜੀਆਂ ਉਹਨਾਂ ਨੇ ਇਮੇਜਸ ਤੇ ਕਾਫੀ ਕੰਪਨੀਆਂ ਆਈਆਂ ਵੀਆਂ ਸੀ ਜਿਹੜੀਆਂ ਦਿਖਾਉਂਦੇ ਆ ਵੀ ਅਸੀਂ ਉੱਪਰੋਂ ਸੈਟਲਾਈਟ ਇਮੇਜ ਲੈਨੇ ਆ, ਉਹਦੇ ਡਿਫਰੈਂਟ ਪ੍ਰੋਸੈਸਿੰਗ ਕਿੱਦਾਂ ਹੁੰਦੀ ਆ, ਹੈ ਨਾ। ਈਵਨ ਆਹ ਬੀ ਵਾਈਜ਼ ਨਾਲ ਕਾਫੀ ਮਾੜੀ ਮੋਟੀ ਗੱਲ ਹੋਈ। ਉਹ ਕਹਿੰਦੇ ਜਿਹੜੇ ਸਾਡੇ ਬੀਜ ਦੇ ਬਕਸੇ ਆ ਵੀ ਸਾਡਾ ਬੈਨੀਫਿਟ ਇਹ ਆ ਕਿ ਅਸੀਂ ਬਕਸਿਆਂ ਦੇ ਵਿੱਚ ਤੁਸੀਂ ਦੇਖ ਸਕਦੇ ਆ ਸਾਡੇ ਹਰ ਇੱਕ ਫਰੇਮ 'ਚ ਕਿੰਨੇ ਬੀਜ ਆ। ਤੇ ਮੁੜ ਕੇ ਫਿਰ ਬਈ ਉਹਦਾ ਬੈਨੀਫਿਟ ਇਹ ਆ ਕਿ ਸਾਡੇ ਉਹ ਟੈਂਪਰੇਚਰ ਕੰਟਰੋਲ ਲੱਗੇ ਵੇ ਆ ਵੀ ਅਸੀਂ ਜਦੋਂ ਬਾਹਰ ਠੰਡ ਹੁੰਦੀ ਆ ਥੋੜੀ ਜਿਹੀ ਹੀਟ ਪਹਿਲਾਂ ਕਰ ਦਿੰਦੇ ਆ, ਉਹ ਮੱਖੀਆਂ ਪਹਿਲਾਂ ਉੱਡ ਖੜਦੀਆਂ, ਹੈ ਨਾ। ਤੇ ਮੌਕੇ ਨਾਲ ਤੁਹਾਡੀ ਪੋਲੀਨੇਸ਼ਨ ਜ਼ਿਆਦਾ ਟਾਈਮ ਵੱਧ ਜਾਂਦੀ ਆ, ਹੈ ਨਾ। ਸੋ ਜਿਹੜੇ ਨਾ ਕਾਫੀ ਜਿਹੜੇ ਇਕੁਇਪਮੈਂਟ ਵਾਲੇ ਉਹਨਾਂ ਨੇ ਆਪਦੇ ਜਿਹੜੇ ਸੈਂਸਿੰਗ ਕੈਪੇਬਿਲਿਟੀਜ਼ ਜਿਹੜੀਆਂ ਨਵੀਆਂ ਆ ਰਹੀਆਂ ਉਹ ਦਿਖਾ ਰਹੇ ਸੀਗੇ। ਤੇ ਫਿਰ ਜਦੋਂ ਨਾ ਸਭ ਤੋਂ ਜਿਹੜੀ ਵੱਡੀ ਗੱਲ ਆ, ਜਿਹੜੇ UC ਦੀਆਂ ਡਿਫਰੈਂਟ ਪ੍ਰੋਜੈਕਟਸ ਚੱਲ ਰਹੇ ਆ, ਜਿਹੜੇ ਕਈ ਗਵਰਨਮੈਂਟ ਦੇ ਬਾਹਲੇ ਫੰਡ ਹੋਏ ਹੁੰਦੇ ਆ, ਉਹ ਉਹਨਾਂ ਦੇ ਜਿਹੜੇ ਰਿਜ਼ਲਟ ਆ ਉੱਥੇ ਪਬਲਿਸ਼ ਕੀਤੇ ਜਾਂਦੇ ਆ। ਅੱਛਾ, ਉੱਥੇ ਜਾਣ ਦੀ ਦਿਖਾਏ ਜਾਣ ਉਹਨਾਂ ਦੇ ਨਾ। ਪਰ ਮੋਸਟਲੀ ਆਪਣੇ ਲੋਕ ਉੱਥੇ ਘੱਟ ਜਾਂਦੇ ਆ, ਕਿਉਂ? ਆਪਣੇ ਕੀ ਮੋਸਟ ਫਾਰਮਰਸ ਘੱਟ ਜਾਂਦੇ ਆ। ਉਹਨਾਂ ਦੇ ਨਾ ਸਾਈਡ ਤੇ ਬੋਰਡਾਂ ਤੇ ਉਹ ਸਾਰਾ ਡੇਟਾ ਲਿਖਿਆ ਹੁੰਦਾ ਗਾ, ਹੈ ਨਾ। ਤੇ ਆਈ ਥਿੰਕ ਮੈਂ ਤਾਂ ਬਹੁਤ ਇਨਕਰੇਜ ਕਰਦਾ ਸੀ ਵੀ ਤੁਸੀਂ ਉੱਥੇ ਜਾ ਕੇ ਜਿਹੜੇ ਬੰਦੇ ਖੜੇ ਆ ਜਿਨ੍ਹਾਂ ਨੇ ਰਿਸਰਚ ਕੀਤਾ, ਉਹਨੂੰ ਕੁਐਸਚਨ ਪੁੱਛੋ ਵੀ ਸਾਨੂੰ ਤਾਂ ਇਹਦੇ ਬਾਰੇ ਸਮਝ ਨਹੀਂ ਆਉਂਦੀ, ਦੱਸ ਇਹਦੇ ਡੇਟੇ ਦਾ ਮਤਲਬ ਇਹਦਾ ਹੈ ਕੀ ਆ, ਵੀ ਫਾਇਦਾ ਕੀ ਹੈ ਸਾਨੂੰ ਇਹਦਾ, ਕੀ ਆ, ਵੀ ਸਾਨੂੰ ਦੱਸ ਵੀ ਸਾਨੂੰ ਇਹਦੇ ਵਿੱਚੋਂ ਕੱਢਣਾ ਕਢਾਉਣਾ ਇਹ ਚੋਂ ਕੀ ਆ, ਹੈ ਨਾ। ਤੇ ਵੀ ਉਹ ਆਪੇ ਦੱਸ ਦੇਣਗੇ ਬੰਦੇ, ਹੈ ਨਾ। ਸੋ ਜਿਹੜੀਆਂ ਇਹ ਸਾਰੀਆਂ ਗੱਲਾਂ ਨਾ ਇਹ ਜਾਂਦੀ ਬਹੁਤ ਹੀ ਇੰਪੋਰਟੈਂਟ ਆ, ਹੈ ਨਾ। ਇਸ ਕਰਕੇ ਜਾਣਦੀ ਉੱਥੇ ਜਾਣਾ ਚਾਹੀਦਾ। ਬਾਕੀ ਫਿਰ ਉਹ ਜਿਹੜੇ ਟੈਕਨੋਲੋਜੀ ਦਾ ਪਤਾ ਲੱਗਦਾ, ਫਿਰ ਜਿਹੜੇ ਤੁਹਾਡੇ ਉਹ ਇੰਡਸਟਰੀ ਦੇ ਬੰਦੇ ਆ ਨਾ ਲੀਡ ਕਰਦੇ ਆ, ਉਹ ਉੱਥੇ ਹੁੰਦੇ ਆ, ਉਹਨਾਂ ਨੂੰ ਤੁਸੀਂ ਕੁਐਸਚਨ ਵੀ ਪੁੱਛ ਸਕਦੇ ਆ। ਉੱਥੇ ਬੜੇ ਹੀ ਪ੍ਰੋਸੈਸਰ ਸੀਗੇ ਜਿਹੜੇ ਪੱਗ ਦੇ ਨਾਲ ਬਹਿ ਕੇ ਗੱਲ ਕਰਨਾ ਮੰਗਦੇ ਆ। ਅਸੀਂ ਐਨਗੇਜਮੈਂਟ ਵੀ ਸ਼ੁਰੂ ਕੀਤੀ ਆ, ਹੈ ਨਾ। ਤੇ ਬਈ ਜਾਣਦੀ ਤੁਸੀਂ ਆ ਕੇ
ਅਸੀਂ ਤੁਹਾਨੂੰ ਮਿਲਾਂਗੇ। ਜਿਹੜਾ ਹੁਣ ਆਪਾਂ ਫਿਊਚਰ 'ਚ ਵੀ ਗੱਲ ਕਰ ਰਹੇ ਹਾਂ ਨਾ, ਉਹ ਸਾਰੀਆਂ ਗੱਲਾਂ ਇਨੀਸ਼ੀਏਟ ਉੱਥੋਂ ਹੁੰਦੀਆਂ, ਹੈ ਨਾ। ਵੀ ਤੁਸੀਂ ਜਾ ਕੇ ਜਾਂਦੀ ਉਹ ਦੇਖੋ, ਦੇਖ ਕੇ ਵੀ ਕੀ ਹੋ ਰਿਹਾ, ਕਿੱਦਾਂ ਹੋ ਰਿਹਾ ਗਾ, ਹੈ ਨਾ। ਤੇ ਉਹ ਬੇਸਿਕਲੀ ਜਿਹੜੀਆਂ ਵੀ ਇਹ ਸਾਰੀਆਂ ਚੀਜ਼ਾਂ ਨਾ, ਜਿੰਨਾ ਚਿਰ ਤੁਸੀਂ ਉੱਥੇ ਨਹੀਂ ਜਾਂਦੇ, ਜੇ ਤੁਸੀਂ ਚੱਲ ਖੇਤ ਦੇ ਵਿੱਚ ਇੱਕ ਦਿਨ ਜ਼ਿਆਦਾ ਕੰਮ ਕਰ ਲਿਆ, ਹੈ ਨਾ, ਆਪਾਂ ਉਹਨੂੰ ਇਹੀ ਕਹਿੰਦੇ ਆ ਵੀ ਉਹ 20% ਕੰਟਰੀਬਿਊਸ਼ਨ ਆ, 80% ਵਾਲੀ ਤਾਂ ਤੁਸੀਂ ਮਿਸ ਹੀ ਕਰ ਗਿਆ ਗਰੋਰ, ਹੈ ਨਾ। ਠੀਕ ਹੈ। ਤੇ ਫਿਰ ਤੁਹਾਨੂੰ ਇਹ ਵੀ ਪਤਾ ਵੀ ਨੌਰਥ ਦੇ ਵਿੱਚ ਕਿਹੜੀਆਂ ਪ੍ਰੋਬਲਮਾਂ, ਸਾਊਥ 'ਚ ਕਿਹੜੀਆਂ ਹੋ ਰਹੀਆਂ ਗੀਆਂ, ਕਿੱਥੇ ਤੰਗੀਆਂ ਗੀਆਂ, ਕੌਣ ਕੀ ਮੰਗਦਾ। ਸੋ ਜਿਹੜੇ ਇਹ ਆਲਮੰਡ ਕਾਨਫਰੰਸਿਸ ਆ, ਹੋਰ ਵੀ ਜਿਹੜੀਆਂ ਕਾਨਫਰੰਸਿਸ ਆ ਰਹੀਆਂ ਗੀਆਂ, ਤੇ ਉਹਨਾਂ ਦਾ ਮੇਨ ਜਿਹੜਾ ਜਾਣਦੀ ਹਮੇਸ਼ਾ ਹੀ ਸਾਡੇ ਗਰੋਰਾਂ ਨੂੰ ਲਾਂਭਾ ਹੁੰਦਾ, ਪਰ ਉਹ ਠੀਕ ਵੀ ਆ। ਕਾਹਦਾ ਹੁੰਦਾ? ਜਦੋਂ ਅਸੀਂ ਮਿਲਣ ਆਉਂਦੇ ਆ, ਮੀਟਿੰਗਾਂ ਕਰਦੇ ਆ, ਉੱਥੇ ਕੋਈ ਆਉਂਦਾ ਨਹੀਂ। ਜੇ ਤੁਸੀਂ ਆਉਂਦਾ ਨਹੀਂ ਤਾਂ ਫਿਰ ਅਸੀਂ ਜਾਣਦੀ ਕਿੱਦਾਂ ਕਹਿ ਸਕਦੇ ਆ ਵੀ ਤੁਹਾਨੂੰ ਪ੍ਰੋਬਲਮ, ਸਾਨੂੰ ਕੀ ਪਤਾ ਵੀ ਤੁਹਾਨੂੰ ਕਿਹੜੀ ਪ੍ਰੋਬਲਮ। ਫਿਰ ਅੱਗੋਂ ਫਾਰਮਰ ਕਹਿੰਦੇ ਜਦੋਂ ਅਸੀਂ ਲਾਂਭਾ ਦਿੰਦੇ ਆ, ਫਿਰ ਤੁਸੀਂ ਸੁਣਦੇ ਵੀ ਨਹੀਂ। ਨਹੀਂ, ਉਹੀ ਆ, ਫਿਰ ਉਹ ਸਰਕਲ 'ਚ ਆ ਜਾਂਦਾ ਨਾ, ਹੈ ਨਾ। ਤੇ ਪਰ ਇਹ ਵੀ ਹੈਗਾ ਵੀ ਜਾਣਦੀ ਜਿਹੜੇ ਬੰਦੇ ਜਾਂਦੇ ਆ, ਉਹ ਫਾਰਮਰ ਉਹ ਫਾਇਦਾ ਲੈ ਆਉਂਦੇ ਆ। ਕੀ ਤੁਹਾਨੂੰ ਲੱਗਦਾ ਵੀ ਇਸ ਵਾਰ ਕੋਈ ਏਦਾਂ ਦੇ ਸਵਾਲ ਜਵਾਬ ਉਹਨਾਂ ਦੀ ਜਿਹੜੀ ਕਾਨਫਰੰਸ ਜਿਹੜੀ ਸੀਗੀ ਸਟੇਟ ਆਫ ਦਾ ਮਾਰਕੀਟ, ਉਹਦੇ ਵਿੱਚੋਂ ਕੱਢਣ ਪਾਉਣ ਨੂੰ ਕੀ ਆ? ਜੇ ਨਿਚੋੜ ਕੱਢਣਾ ਹੋਵੇ ਤਾਂ ਕੀ ਇਸ ਕਾਨਫਰੰਸ ਦਾ ਨਿਚੋੜ ਕੀ ਆ? ਕਿੱਧਰ ਨੂੰ ਜਾ ਰਹੀ ਹੈ ਐਲਮੰਡ ਦੀ ਮਾਰਕੀਟ? ਨਹੀਂ, ਦੇਖੋ, ਜਿਹੜਾ ਐਰਕੀ ਉੱਥੇ ਕਿਸੇ ਨੇ ਕੁਐਸਚਨ ਪੁੱਛਣ ਲਈ ਨਹੀਂ ਕਿਹਾਗਾ, ਉਹ ਕਹਿੰਦੇ ਵੀ ਸਾਰਾ ਕੁਝ ਤੁਸੀਂ ਕੁਐਸਚਨ ਪੁੱਛਣਾ ਆਨਲਾਈਨ ਪੁੱਛੋ। ਅੱਛਾ, ਮਤਲਬ ਉੱਥੇ ਕਾਨਫਰੰਸ ਕੀਤੀ, ਸਿਰਫ ਉਹਨਾਂ ਨੇ ਸੁਣਾਈਆਂ ਹੀ ਆਪਣੀਆਂ? ਉਹਨਾਂ ਨੇ ਜਾਣਦੀ ਜਿੱਦਾਂ ਆਮ ਹਾਈਟੈਕ ਕਰਦੀ ਹੁੰਦੀ ਆ ਕੇ ਸੁਣਾ ਕੇ ਚਲੇ ਜਾਣਾ, ਹੈ ਨਾ। ਅੱਛਾ। ਤੇ ਅੱਗੇ ਹੁੰਦਾ ਸੀਗਾ ਕਿ ਜਿਹੜੀਆਂ ਬ੍ਰੇਕਆਊਟ ਮੀਟਿੰਗਸ ਵੀ ਹੁੰਦੀਆਂ ਨਾ, ਉਹ ਤੁਹਾਨੂੰ ਮਾਈਕਰੋਫੋਨ ਦਿੰਦੇ ਆ ਵੀ ਜਿਹਨੇ ਕੁਐਸਚਨ ਪੁੱਛਣਾ ਆ ਜੇ, ਹੈ ਨਾ। ਮੇਰਾ ਵਰਗਾ ਬੰਦਾ ਉੱਠ ਕੇ ਪਹਿਲਾਂ ਕੁਐਸਚਨ ਉਹਨਾਂ ਨੂੰ ਕਰਦੇ ਹੀ ਹੁੰਦੇ ਸੀਗੇ। ਸੀਗਾ ਵੀ ਜਾਣੀ ਦੀ ਤੁਸੀਂ ਕੁਐਸਚਨ ਪੁੱਛਣਾ, ਸਾਨੂੰ ਆਨਲਾਈਨ ਪਾ ਦਿਓ ਤੇ ਅਸੀਂ ਤੁਹਾਨੂੰ ਆਨਸਰ ਦੇਵਾਂਗੇ, ਪਿੱਛੋਂ ਸਮਰਾਈਜ਼ ਕਰਕੇ ਜੋ ਜੀ ਕਰਦਾ। ਉਹ ਗੱਲ ਰੌਂਗ ਆ, ਉਹਨਾਂ ਨੂੰ ਦੱਸਣਾ ਪੈਣਾ ਵੀ ਜਾਣੀ ਦੀ ਇਹਦੇ ਨਾਲ ਜਾਂਦੀ, ਜੇ ਕੋਈ ਇਹਦਾ ਹਾਰਡ ਕੁਐਸਚਨ ਆ, ਤੁਸੀਂ ਉਹ ਕੁਐਸਚਨ ਹੀ ਨਹੀਂ ਆਨਸਰ ਕਰੋਗੇ। ਮਤਲਬ ਪਬਲਿਕ ਫੋਰਮ ਦਾ ਫਾਇਦਾ ਕੀ ਜੇ ਪਬਲਿਕ ਦੀ ਗੱਲ ਹੀ ਨਹੀਂ, ਤੁਸੀਂ ਸਵਾਲ ਨਹੀਂ ਲੈਣਾ। ਯਾਨੀ ਪੋਜ਼ਿਟਿਵ ਨੈਗੇਟਿਵਸ ਵੀ ਉੱਥੇ ਇਦਾਂ ਦੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਆਪਾਂ ਨੂੰ ਫੀਡਬੈਕ ਦੇਣੇ ਪੈਣੇ ਆ। ਪਰ ਜਿਹੜਾ ਸਟੇਟ ਆਫ ਦ ਯੂਨੀਅਨ ਐਡਰੈਸ ਆ ਨਾ, ਉਹਨਾਂ ਨੇ ਪਹਿਲੀ ਵਾਰ ਕਿਹਾਗਾ ਵੀ ਕਿ ਫਾਰਮਰ ਸਫਰ, ਕਹਿੰਦੇ ਪ੍ਰਾਈਸ, ਡਿਮਾਂਡ ਸਪਲਾਈ ਦੇ ਨਾਲ ਪ੍ਰਾਈਸ ਵੱਧ ਗਈ ਆ, ਪਰ ਫਾਰਮਰ ਹਲੇ ਵੀ ਜਾਣਦੀ ਉਹ ਪ੍ਰਾਈਸ ਵਧਣ ਤੋਂ ਜਾਣੀ ਦੀ ਜਿਹੜਾ ਉਹਨਾਂ ਦਾ ਕਾਸਟ ਆ ਉਦੋਂ ਵੀ ਵੱਧ ਗਿਆ ਹੈਗਾ, ਵੀ ਉਹ ਜਾਣਦੀ ਹਲੇ ਫਾਇਦਾ ਨਹੀਂ ਹੋਇਆ ਉਹਨਾਂ ਨੂੰ, ਫਾਇਦਾ ਨਹੀਂ, ਵੀ ਪੈਸੇ ਲੂਜ਼ ਹੁੰਦੇ ਆ। ਤੇ ਇਹਦੇ ਬਾਰੇ ਉਹਨਾਂ ਨੇ ਦੱਸਿਆ ਵੀ ਜਿਹੜਾ ਅਕਸਰ ਤੁਸੀਂ ਪਿਛਲੇ ਕਈ ਕਦੋਂ ਵੀ ਪਿਛਲੇ ਸਾਲ ਤੋਂ ਇਹ ਜਿਹੜੀ ਗੱਲ ਸੀ ਵੀ ਜਿਹੜਾ ਵਿਚਾਲੇ ਬੰਦਾ ਬੈਠਾ ਆ ਫਾਰਮਰ ਤੇ ਮਾਰਕੀਟ, ਜਿਹੜੇ ਐਕਸਪੋਰਟ ਇੰਪੋਰਟ ਦੇ ਵਿਚਾਲੇ ਜਿਹੜਾ ਆ, ਵੀ ਉੱਥੇ ਹੀ ਕਿਉਂ ਮਲਾਈ ਰਹਿ ਜਾਂਦੀ ਹੈ, ਥੱਲੇ ਤੱਕ ਕਿਉਂ ਨਹੀਂ ਪਹੁੰਚਦੀ? ਟ੍ਰਿਕਲ ਡਾਊਨ ਇਕਨੋਮੀ ਟ੍ਰਿਕ ਹੀ ਕਿਉਂ ਬਣ ਗਿਆ ਹੈ ਫਾਰਮਰਸ ਦੇ ਲਈ? ਉਹ ਤਾਂ ਹੁਣ ਰਾਜ ਕਰਨ ਵੀ ਦੁਨੀਆ ਤੇ ਆ, ਵੀ ਸਾਰੇ ਹੀ ਜਾਣੀ ਦੀ ਨਾ ਇਸ ਓਪਨ ਮਾਰਕੀਟ ਦੇ ਵਿੱਚ ਆ। ਕਿਹਨੇ ਆਪਰਚੁਨਿਟੀ ਦਿੱਤੀ ਆ, ਕਿਹੜਾ ਕੰਟਰੋਲ ਕਰਦਾ? ਉਹ ਐਕਚੁਅਲੀ ਕੁਐਸਚਨ ਇਹ ਨਹੀਂ ਨਾ, ਕੁਐਸਚਨ ਇਹ ਜਿਹੜਾ ਉਲਟ ਕੇ ਫਿਰ ਫਾਰਮਰਾਂ ਵੱਲੋਂ ਵੀ ਆ ਜਾਂਦਾ, ਹੈ ਨਾ। ਤੁਸੀਂ ਇਕੱਠੇ ਨਹੀਂ ਗਏ, ਤੁਸੀਂ ਕਰ ਲਓ, ਹੈ ਨਾ। ਕੋਈ ਉਹਦੇ ਤੇ ਬਾਹਲੇ ਪੈਸਿਆਂ ਦੀ ਲੋੜ ਨਹੀਂ ਪੈਂਦੀ ਗੀ, ਹੈ ਨਾ। ਜਿਹੜਾ ਹੁਣ ਆਪਣੇ ਫਿਊਚਰ ਇਨੀਸ਼ੀਏਟਿਵਸ ਵੀ ਆ ਰਹੇ ਆ ਨਾ, ਉਹ ਇਨੀਸ਼ੀਏਟਿਵ ਵੀ ਇੱਥੇ ਹੀ ਫੋਕਸ ਕਰਦੇ ਆ, ਹੈ ਨਾ। ਦੇਖੋ, ਹੁਣ ਸਾਨੂੰ ਪ੍ਰੋਸੈਸਿੰਗ ਵਾਲੇ ਆ ਕੇ ਕਹਿ ਰਹੇ ਆ ਵੀ ਬਦਾਮਾਂ ਦੇ ਸਪਲਾਈ ਘਟਣੀ ਆ, ਸਿਗਮਾ ਦੇ ਨਾਲ ਬਹੁਤ ਛੇਤੀ। ਹੁਣ ਸਾਰੇ ਐਕਨੋਲੇਜ ਆ ਕਿ ਸਪੈਸ਼ਲੀ ਜਿਹੜੇ ਸਾਊਥ ਦੇ ਵਿੱਚ ਆ, ਬੇਕਰਸਫੀਲਡ ਏਰੀਆ, ਵਾਸਕੋ ਏਰੀਆ, ਹਟਲੈਰੀ, ਲਾਲਾ, ਇੱਥੋਂ ਬਦਾਮ ਧੜਾ ਧੜ ਪੱਟ ਹੋ ਰਹੇ ਆ। ਤੇ ਇਹਦੇ ਪੱਟਣ ਦੇ ਨਾਲ ਜਿਹੜੇ ਉੱਥੇ ਪ੍ਰੋਸੈਸਰ ਆ, ਹੱਲਰ ਆ, ਉਹਨਾਂ ਕੋਲੇ ਬਦਾਮ ਹੈ ਨਹੀਂ ਗੇ। ਸੋ ਆਲ ਦਾ ਸਡਨ ਬਦਾਮ ਹਾਰਡ ਕਮੋਡਿਟੀ ਬਣ ਜਾਣੇ ਆ। ਉਹਦੀ ਬਣਾਉਣ ਦੀ ਜ਼ਿੰਮੇਵਾਰੀ ਫਾਰਮਰਾਂ ਦੀ ਆ। ਜੇ ਅਸੀਂ ਅੱਡ ਰਹੇ ਫਿਰ ਤਾਂ ਇਦਾਂ ਹੀ ਚੱਲਣਾ ਜਿੱਦਾਂ ਚੱਲੀ ਗਿਆ।
ਵੀ ਜੇ ਤੁਸੀਂ ਜਾਣੇ ਦੀ ਦੇਖੋ, ਜੇ ਜਿੰਨੀ ਕੁ ਤੁਹਾਡੀ ਪ੍ਰਾਈਸ ਵਧੂ ਉਦੋਂ 2 ਗੁਣਾ ਜ਼ਿਆਦਾ ਤੁਹਾਡਾ ਕਾਸਟ ਵੱਧ ਜਾਣਾ, ਲੈਜਿਸਲੇਸ਼ਨ ਔਨ ਟਾਪ ਹੋ ਜਾਣੀ ਹੈ। ਤੇ ਹੁਣ ਕਈਆਂ ਨਾਲ ਆਪਣੇ ਇਨੀਸ਼ੀਏਟਿਵ ਚੱਲ ਰਹੇ ਆ ਕਿ ਉਹਨਾਂ ਨੇ ਸਾਨੂੰ ਐਨ ਉਸੇ ਥਾਂ ਤੇ ਖੜਾ ਕਰ ਦਿੱਤਾ ਆ ਕੇ ਵੀ ਦੇਖੋ ਭਾਈ, ਅਸੀਂ ਤੁਹਾਡੇ ਨਾਲ ਗੱਲ ਬਹਿ ਕੇ ਕਰਨ ਨੂੰ ਤਿਆਰ ਹਾਂ, ਤੁਹਾਡੇ ਟਰਮਸ ਐਂਡ ਕੰਡੀਸ਼ਨਸ ਕੀ ਆ ਸਾਡੇ ਨਾਲ ਮਿਲਣ ਨੂੰ। ਠੀਕ ਹੈ ਨਾ, ਜਿਹੜੀਆਂ ਉਹ ਐਕਟਿਵ ਗੱਲਾਂ ਹੋਣਗੀਆਂ ਜੇ ਅਸੀਂ ਇਕੱਠੇ ਹੋ ਕੇ ਇੱਕ ਯੂਨਿਟ ਦੇ ਵਿੱਚ ਦੇਵਾਂਗੇ ਜੀ, ਕੋਈ 25 ਮਿਲੀਅਨ 50 ਮਿਲੀਅਨ ਪਾਉਂਡ ਇੱਕ ਬੰਦੇ ਨੂੰ ਇੱਕ ਸਾਈਡ ਨੂੰ ਦਿੱਤੇ ਹੋਣ, ਹੈ ਨਾ, ਉੱਥੇ ਅਸੀਂ ਈਜ਼ਲੀ ਜਿਹੜਾ ਜਾਂਦੀ ਸਾਡਾ ਕਰ ਰਹੇ ਆ ਨਾ, ਬਹੁਤ ਫਾਇਦਾ ਗਾ। ਜਿਹਦਾ ਜਾਂਦੀ ਤੁਹਾਡਾ ਆਪਰੇਸ਼ਨਲ ਕਾਸਟ ਆ, ਬਾਹਲਾ ਕਾਸਟ ਕੋਟਰ ਉਹਦੇ ਵਿੱਚੋਂ ਨਿਕਲ ਜਾਂਦਾ, ਆ ਜਾਂਦਾ ਹੈ। ਸੋ ਆਪਾਂ ਹੁਣ ਪੱਗ ਦੀ ਮੀਟਿੰਗ ਵੀ ਰੱਖਣੀ ਆ ਆਹ ਸਾਲ ਦੇ। ਕੁਝ ਉਹਨਾਂ ਨੇ ਦੱਸਿਆ ਵੀ ਕਦੋਂ ਤੱਕ ਹੋ ਸਕਦੀ ਹੈ ਪੱਗ ਦੇ ਨਾਲ ਮੀਟਿੰਗ ਇਹਨਾਂ ਦੀ? ਨਹੀਂ, ਉਹ ਤਾਂ ਕਹਿੰਦੇ ਵੀ ਜਾਂਦੀ ਦੇਖੋ ਆਪਣੇ ਜਿਹੜੇ ਇੰਡੀਵਿਜੂਅਲ ਪ੍ਰੋਸੈਸਰਸ ਆ ਉਹ ਰੀਚ ਆਊਟ ਕਰ ਰਹੇ ਆ ਆਪਾਂ ਨੂੰ। ਠੀਕ ਹੈ ਨਾ, ਕਰਕੇ ਉਹ ABC ਨੇ ਨਹੀਂ ਕਰਾਉਣੇ, ਉਹ ਤਾਂ ਆਪਦੇ ਆਪ ਆ ਜਾਂਦੀ ਬਿਜ਼ਨਸ ਕਿੰਨੀ ਕਰਨੀ ਆ, ਹੈ ਨਾ। ਤੁਹਾਡੇ ਇਕੱਠ ਹੋ ਰਿਹਾ, ਕੋਈ ਕਰ ਰਹੇ ਆ ਤੁਹਾਡੇ ਪੱਗ ਦੇ ਜਿਹੜੇ ਹੈਗੇ ਨੇ ਮੈਂਬਰਸ, ਉਹ ਇਕੱਠੇ ਹੋ ਕੇ ਚੜ੍ਹਦੇ ਆ? ਆਪਾਂ ਇੱਕ ਇਕੱਠ ਕਰਾਂਗੇ ਬਿਫੋਰ ਦੀ ਐਂਡ ਆਫ ਦਾ ਈਅਰ। ਉੱਥੇ ਫਿਰ ਆਪਾਂ ਦੱਸਿਆ ਜਾਊਗਾ ਵੀ ਪੱਗ ਦਾ ਜਿਹੜਾ ਪਾਸਟ, ਪ੍ਰੈਜ਼ੈਂਟ ਤੇ ਫਿਊਚਰ ਕਿੱਧਰ ਨੂੰ ਜਾ ਰਹੇ ਆ। ਠੀਕ ਹੈ, ਕਿੱਧਰ ਨੂੰ ਜਾ ਰਹੇ ਆ, ਫਿਰ ਉਹਦੇ ਜਾਣੇ ਦੀ ਕਿੰਨਾ ਕੰਮ ਹੋਇਆਗਾ, ਕੀ ਫੀਡਬੈਕਸ ਮਿਲੀਆਂ ਗੀਆਂ, ਤੇ ਉਹਦੇ ਵਿੱਚ ਕੌਣ ਪਾਰਟਿਸਿਪੇਟ ਕਰਦਾ। ਟੋਟਲੀ ਜਾਣਦੀ ਆਪਾਂ ਬੰਦਿਆਂ ਨੂੰ ਵਾਲੰਟੀਅਰੀ ਉਸ ਥਾਂ ਤੇ ਜਾਣ ਦੀ, ਜੇ ਕੋਈ ਕਰਨਾ ਮੰਗਦਾ ਹੋ, ਕਿਉਂ ਬੈਨੀਫਿਟ ਉਹ ਤੋਂ ਬਿਨਾਂ ਬੈਨੀਫਿਟ ਰਹਿਣੇ ਨਹੀਂ। ਹਾਂਜੀ, ਹੈ ਨਾ। ਤੇ ਆਪਾਂ ਨਾਲ ਕਾਫੀ ਇੰਗੇਜਮੈਂਟਾਂ ਹੋਈਆਂ ਗਈਆਂ ਤੇ ਉਹਦੇ ਨਾਲ ਬਹੁਤ ਸੋਹਣੇ ਰਿਜ਼ਲਟ ਆ ਰਹੇ ਆ। ਜਿਹੜਾ ਜਾਣ ਦੀ ਅਗਲੇ ਤੁਹਾਨੂੰ ਉਹ ਤਾਂ ਨੰਬਰ ਉਹ ਕਾਫੀ ਹਾਈ ਦੱਸਦੇ ਆ ਵੀ ਅਸੀਂ ਤੁਹਾਨੂੰ, ਅਗਲੇ ਦੱਸ ਰਹੇ ਆ ਵੀ ਇਸ ਵਕਤ ਨਾ ਤੁਸੀਂ ਇੰਨੇ ਨਿੱਕੇ ਆ ਤੇ ਤੁਹਾਨੂੰ ਅਸੀਂ ਜਾਣ ਦੀ ਇੰਨਾ ਜ਼ਿਆਦਾ ਜਾਣ ਦੀ ਕਾਸਟ ਤੁਹਾਨੂੰ ਚਾਰਜ ਕਰ ਰਹੇ ਆ, ਪਰ ਜਦੋਂ ਇਕੱਠੇ ਹੋ ਜਾਓਗੇ ਵੀ ਤੁਸੀਂ ਜਾਣਦੀ ਅਸੀਂ ਇੰਨਾ ਕਰਾਂਗੇ। ਜਦੋਂ ਉਹ ਨੰਬਰ ਨੂੰ ਤੁਸੀਂ ਇਕੁਏਟ ਕਰਦੇ ਹੋ ਤਾਂ ਬਹੁਤ ਵੱਡਾ ਨੰਬਰ ਹੋ ਜਾਂਦਾ। ਹਾਂਜੀ, ਨਹੀਂ, ਹੋਲਸੇਲ ਪ੍ਰਾਈਸ ਤੇ ਇੱਕ ਇੰਡੀਵਿਜੂਅਲ ਪ੍ਰਾਈਸ ਚ ਫਰਕ ਤਾਂ ਰੀਟੇਲ ਪ੍ਰਾਈਸ ਚ ਫਰਕ ਹੋ ਜਾਂਦਾ। ਕਈ ਪ੍ਰੋਸੈਸਰ ਤਾਂ ਇਸ ਤਰ੍ਹਾਂ ਵੀ ਉਹ ਕਹਿੰਦੇ ਜਾਂਦੀ ਤੁਹਾਨੂੰ ਆਪਦਾ ਬ੍ਰਾਂਡ ਬਣਾਵੋ, ਅਸੀਂ ਬਣਾ ਕੇ ਤੁਹਾਨੂੰ ਦੇਵਾਂਗੇ, ਅਸੀਂ ਤੁਹਾਨੂੰ ਮਾਰਕੀਟ ਵੀ ਦੇ ਦਿਆਂਗੇ ਉੱਦਾਂ ਦੀ, ਹੈ ਨਾ। ਸੋ ਕਾਫੀ ਕੰਮ ਤਾਂ ਹੋ ਰਿਹਾ ਗਾ, ਫੀਡਬੈਕਸ ਵੀ ਕਾਫੀ ਆ ਰਹੀ ਆ। ਆਈ ਥਿੰਕ ਇਹ ਆਪਣੇ ਗਰੋਰਾਂ ਨੂੰ ਇਕੱਠੇ ਹੋਣ ਦੀ ਲੋੜ ਆ, ਨਹੀਂ ਤਾਂ ਜਿੱਦਾਂ ਸੌਗੀ ਦਾ ਹੋਇਆ ਨਾ, ਉਹ ਬਾਹਲਾ ਦਿਨ ਦੂਰ ਨਹੀਂ, ਉਧਰ ਨੂੰ ਜਾ ਰਹੇ ਆ ਕਿ, ਪਰ ਇੰਨਾ ਹੈ ਵੀ ਅਸੀਂ ਜਿਹੜੀ ਬਦਾਮਾਂ ਦੀ ਮਾਰਕੀਟ ਹੈ ਇੱਕ ਲੈਵਲ ਤੇ ਸਟੇਬਲਾਈਜ਼ ਹੋ ਜਾਏਗੀ ਤੇ ਉਹ ਮੋਸਟਲੀ ਕਾਰਪੋਰੇਟ ਤੇ ਵੱਡੇ ਫਾਰਮਰ ਟੇਕ ਓਵਰ ਕਰਨਗੇ। ਤੇ ਥੈਂਕ ਯੂ ਤੁਹਾਡਾ ਜਸਬੀਰ ਜੀ। ਸਮਾਂ ਪ੍ਰੋਗਰਾਮ ਦਾ ਅੱਜ ਦਾ ਹੁਣ ਇੱਥੇ ਹੀ ਸਮਾਪਤ ਹੈ। ਮਿਲਦੇ ਹਾਂ ਜੀ ਫਿਰ ਆਪਾਂ ਤੁਹਾਨੂੰ ਅਗਲੀ ਵਾਰੀ। ਮਿਹਰਬਾਨੀ, ਸਤਿ ਸ੍ਰੀ ਅਕਾਲ। ਹਾਂਜੀ ਰਾਜਕਰਮ ਵੀਰ ਜੀ, ਸਤਿ ਸ੍ਰੀ ਅਕਾਲ।